ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਉਰ ਧਾਰੈ ਜੋ ਅੰਤਰ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਲੜੀਵਾਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਮਹਾਨ ਪ੍ਰਵਾਹ ਚੱਲ ਰਿਹਾ ਹੈ। ਪਿੱਛੇ ਆਪ ਜੀ ਨੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਵਿੱਚ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ, ਬ੍ਰਹਮ ਗਿਆਨੀ ਦੇ ਲੱਛਣ ਹਨ, ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ, ਬ੍ਰਹਮ ਗਿਆਨੀ ਦੀ ਸੋਭਾ ਕਿੱਡੀ ਵੱਡੀ ਹੈ, ਇਹ 8ਵੀਂ ਅਸ਼ਟਪਦੀ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ। ਇਸ ਤੋਂ ਅੱਗੇ ਜੋ 9ਵੀਂ ਅਸ਼ਟਪਦੀ ਸ਼ੁਰੂ ਹੋਣ ਵਾਲੀ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਵਿਆਖਿਆ ਸ਼ੁਰੂ ਹੋਣ ਵਾਲੀ ਹੈ। ਉਸ ਦੀ ਮੁੱਢਲੀ ਵਿਚਾਰ ਕੁਛ ਇਸ ਤਰ੍ਹਾਂ ਹੈ ਕਿ ਗੁਰਸਿੱਖਾਂ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਸੀ, ਸਤਿਗੁਰੂ ਜੀ ਜੋ ਕੁਝ ਲੋਕ ਦਿਖਾਵੇ ਵਾਸਤੇ ਹਿੰਦੁਸਤਾਨ ਦੇ ਵਿੱਚ ਇੱਕ ਭੇਖ ਸੀ, ਅਪਰਸ ਕਹਿੰਦੇ ਸੀ ਉਹਨਾਂ ਨੂੰ, ਉਹ ਕਿਸੇ ਦੇ ਨਾਲ ਛੂਹਦੇ ਨਹੀਂ ਹੈ, ਸਪਰਸ਼ ਨਹੀਂ ਕਰਦੇ, ਉਹ ਇਹਦੇ ਵਿੱਚ ਇਹ ਮਹਾਨਤਾ ਦੱਸਦੇ। ਇਹ ਆਪ ਕਿਰਪਾ ਕਰਕੇ ਦੱਸੋ ਵੀ ਅਸਲੀ ਅਪਰਸ ਕੌਣ ਹੈ, ਉਹਦੇ ਲੱਛਣ ਵਰਣਨ ਕਰੋ। ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਉੱਤਰ ਦੇ ਵਿੱਚ ਫਿਰ ਇਹ ਪਾਵਨ ਅੰਮ੍ਰਿਤ ਬਚਨ ਪਹਿਲਾਂ ਸ਼ਲੋਕ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ। ਇਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਗੁਰਸਿੱਖ ਪ੍ਰਸ਼ਨ ਕਰਨਗੇ ਕਿ ਮਹਾਰਾਜ ਇਸੇ ਤਰ੍ਹਾਂ ਵੈਸ਼ਨੂੰ ਦੱਸੋ ਕੌਣ ਹੋ ਸਕਦਾ ਹੈ, ਵੈਸ਼ਨੂੰ ਦੇ ਲੱਛਣ ਫਿਰ ਕਰਨਗੇ ਤੇ ਮਹਾਰਾਜ ਸਾਹਿਬ ਜੀ ਨੂੰ ਫਿਰ ਭਗਉਤੀ ਬਾਰੇ ਪੁੱਛਣਗੇ। ਇਹ ਵੀ ਇੱਕ ਪੰਥ ਹੈ ਹਿੰਦੁਸਤਾਨ ਵਿੱਚ, ਰਾਜਧਾਰੀਏ। ਇਹਦੇ ਨਾਲ ਨਾਲ ਫਿਰ ਪੰਡਿਤ ਕੌਣ ਹੋ ਸਕਦਾ ਹੈ, ਵਿਦਵਾਨ ਕੌਣ ਹੈ, ਇਸ ਤਰ੍ਹਾਂ ਦੇ ਇਹ ਪ੍ਰਸ਼ਨ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਰਿਆਂ ਦਾ ਉੱਤਰ ਦਿੰਦੇ ਆ। ਪਰ ਪਹਿਲਾਂ ਗੁਰਸਿੱਖਾਂ ਨੇ ਜਿਹੜਾ ਇਹ ਅਪਰਸ ਇੱਕ ਇਸ ਤਰ੍ਹਾਂ ਦਾ ਮਤ ਹੈ ਜਿਹੜਾ ਕਿਸੇ ਨਾਲ ਛੂਹਦੇ ਨਹੀਂ, ਆਪਣੇ ਆਪ ਨੂੰ ਬਹੁਤੇ ਪਵਿੱਤਰ ਮੰਨਦੇ, ਇਹਦੇ ਵਿੱਚ ਇਹ ਕਲਿਆਣ ਮੰਨਦੇ ਨੇ। ਤਾਂ ਮਹਾਰਾਜ ਸਾਹਿਬ ਜੀ ਫਿਰ ਹੁਣ ਵਿਆਖਿਆ ਕਰਨ ਲੱਗੇ ਵੀ ਅਸਲੀ ਅਪਰਸ ਕੌਣ ਹੁੰਦਾ ਹੈ, ਉਹਦੇ ਲੱਛਣ ਦੱਸਦੇ ਨੇ। ਸੁਣੋ ਜੀ। ਸ਼ਲੋਕ ਉਰ ਧਾਰੈ ਜੋ ਅੰਤਰ ਨਾਮ। ਕਹਿੰਦੇ ਭਾਈ ਅਸਲੀ ਤਾਂ ਅਪਰਸ ਅਸੀਂ ਉਹਨੂੰ ਮੰਨਦੇ ਹਾਂ ਜਿਹੜਾ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰਕੇ ਰੱਖਦਾ ਹੈ। ਔਰ ਨਾਮ ਹਿਰਦੇ ਦਾ, ਹਿਰਦੇ ਵਿੱਚ ਨਾਮ ਨੂੰ ਧਾਰਨ ਕਰਕੇ ਰੱਖਦਾ ਹੈ। ਅੰਤ ਦਾ ਅਰਥ ਅੰਦਰ ਲਾਉਣਾ, ਕਿ ਅੰਦਰ ਹਿਰਦੇ ਦੇ ਅੰਦਰ ਜਿਨ੍ਹਾਂ ਨੇ ਨਾਮ ਨੂੰ ਧਾਰਨ ਕਰ ਲਿਆ ਹੈ, ਹਿਰਦੇ ਵਸਿਆ ਪਾਰ ਮੈਂ ਭਗਤਾਂ ਮੈਂ ਕਨਿਆ। ਅੱਗੇ ਦੱਸਦੇ ਹਨ ਸਰਬ ਮੈਂ ਪੀਖੈ ਭਗਵਾਨ। ਇਹ ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਦੇਖਣਾ ਕਰੇ ਜਾਂ ਦੇਖਦਾ ਹੈ, ਐਸਾ ਜਿਹੜਾ ਪਰਸ ਹੈ। ਨਿਮਖ ਨਿਮਖ ਠਾਕੁਰ ਨਮਸਕਾਰੈ। ਨਿਮਖ ਅੱਖ ਦੇ ਖੋਲਣ ਤੇ ਬੰਦ ਕਰਨ ਜਿਵੇਂ ਸਮੇਂ ਦੇ ਵਿੱਚ ਵਾਹਿਗੁਰੂ ਨੂੰ ਨਮਸਕਾਰਾਂ ਬੰਦਨਾ ਕਰਦਾ ਰਹੇ ਜਾਂ ਬੰਦਨਾ ਕਰਦਾ ਹੈ। ਨਿਮਖ ਨਿਮਖ ਛਿਨ ਛਿਨ ਕਾਲ ਦੇ ਵਿੱਚ ਠਾਕੁਰ ਸੁਆਮੀ ਪਰਮੇਸ਼ਰ ਨੂੰ ਨਮਸਕਾਰ ਕਰਦਾ ਹੈ। ਜੈਸਾ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਨਮਸਤੰ ਅਕਾਲੇ ਨਮਸਤੰ ਕਿਰਪਾਲੇ। ਇਉਂ ਇਸ ਪ੍ਰਕਾਰ ਜੋ ਨਮਸਕਾਰਾਂ ਕਰਦਾ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰੈ। ਤੇ ਅਪਰਸ ਆੜਾ ਗੇਤਰ ਕਰ ਲੈਣਾ ਬੋਲਣ ਵਿੱਚ, ਤੇ ਅਪਰਸ ਨਾ ਬਣ ਜਾਵੇ, ਅਪਰਸ ਕਹਿਣਾ। ਪਾਠ ਦਾ ਥੋੜਾ ਜਿਹਾ ਭੇਦ ਹੈ। ਸਤਿਗੁਰੂ ਮਹਾਰਾਜ ਸਾਹਿਬ ਵੀ ਕਥਨ ਕਰਦੇ ਨੇ,
ਉਹ ਅਪਰਸ ਤੇ ਜਿਹੜਾ ਪਰਸਨ ਛੋਹਣ ਤੋਂ ਰਹਿਤ ਹੈ, ਅਪਰਸ ਨਾਮ ਪਰਸਨ ਇਹਨੂੰ ਕਹਿੰਦੇ ਨੇ, ਜਿਹੜਾ ਸਪਰਸ਼ ਨਹੀਂ ਕਰਦਾ, ਮਾਇਕੀ ਪਦਾਰਥਾਂ ਨੂੰ ਜਿਹੜਾ ਛੋਹਣ ਵਾਲਾ ਨਹੀਂ, ਐਸਾ ਮਹਾਤਮਾ ਸਗਲ ਸਾਰੀ ਸ੍ਰਿਸ਼ਟੀ ਨੂੰ ਫਿਰ ਉਹ ਅਪਰਸ ਸਗਲ ਨਿਸਤਾਰ ਹੈ। ਇਹ ਸਾਰਿਆਂ ਨੂੰ ਨਿਸਪ੍ਰਪੰਚ ਤੋਂ ਤਾਰ ਸਕਦਾ ਹੈ। ਸਾਰੀ ਸ੍ਰਿਸ਼ਟੀ ਤੋਂ ਭਾਵ ਹੈ ਜਿਹੜੇ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਜਗਿਆਸੂ ਨੇ, ਉਹਦੀ ਸਿੱਖਿਆ ਮੰਨਣ ਵਾਲੇ ਨੇ, ਉਹਨਾਂ ਦਾ ਨਿਸਪ੍ਰਪੰਚ ਤੋਂ ਉਤਾਰਾ ਕਰ ਸਕਦਾ, ਪਾਰ ਉਤਾਰਾ ਕਰ ਸਕਦਾ ਹੈ। ਜਿਹੜੇ ਲੋਕ ਭੇਖ ਨੂੰ ਅਪਰਸ ਕਹਿੰਦੇ ਨੇ, ਵੀ ਕਿਸੇ ਦਾ ਪਰਛਾਵਾਂ ਵੀ ਨਾ ਲਵੇ, ਇਹ ਪਰਛਾਵੇਂ ਦੁਆਰਾ ਵੀ ਉਹਨਾਂ ਨੂੰ ਪਿੱਠ ਚੜ੍ਹਦੀ ਹੈ। ਹਵਾ ਦੇ ਲੱਗਣ ਤੋਂ ਵੀ ਮੰਨੇ ਵੀ ਮੈਂ ਪਿੱਠਿਆ ਨਾ ਜਾਵਾਂ, ਦੂਰ ਤੋਂ ਲੰਘਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਾਡੇ ਮਤ ਅਨੁਸਾਰ ਤਾਂ ਭਾਈ ਉਹ ਅਪਰਸ ਹੈ ਜੋ ਪਦਾਰਥਾਂ ਤੋਂ ਨਿਰਲੇਪ ਹੈ, ਉਹੀ ਸ੍ਰਿਸ਼ਟੀ ਦੇ ਜਿਗਿਆਸੂ ਜਨਾਂ ਨੂੰ ਤਾਰ ਸਕਦਾ ਹੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਫਿਰ ਹੋਰ ਦੱਸ ਦੇਣਗੇ ਜਿਹੜਾ ਰਸਨਾ ਦੇ ਨਾਲ, ਜੀਵ ਦੇ ਨਾਲ ਝੂਠ ਨੂੰ ਕਦੇ ਵੀ ਸਪਰਸ਼ ਨਹੀਂ ਕਰਦਾ, ਛੋਂਦਾ ਹੀ ਨਹੀਂ ਹੈ, ਤੇ ਮਿਥਿਆ ਜਿਹੜੇ ਝੂਠੇ ਬਚਨ ਉਹ ਨਹੀਂ ਕਦੇ ਵੀ ਬੋਲਦਾ। ਇਸ ਪ੍ਰਕਾਰ ਦਾ ਸੁਭਾਅ ਹੈ। ਮਨ ਮਹਿ ਪ੍ਰੀਤ ਨਿਰੰਜਨ ਦਰਸ। ਮਨ ਦੇ ਵਿੱਚ ਕੇਵਲ ਵਾਹਿਗੁਰੂ ਦੀ ਜੋ ਮਲ ਮਾਇਆ ਤੋਂ ਰਹਿਤ ਹੈ, ਅੰਜਨ ਨਾਮ ਕਾਲਸ਼ ਦਾ ਹੈ। ਅੰਜਨ ਸੁਰਮਾ ਹੁੰਦਾ ਹੈ, ਸੁਰਮੇ ਚੋਂ ਕਾਲਸ਼ ਲੈਣੀ ਹੈ। ਨਿਰਨਾਮ ਰਹਿਤ ਹੈ, ਮਾਇਆ ਦੀ ਕਾਲਸ਼ ਤੋਂ ਜੋ ਰਹਿਤ ਹੈ ਉਸ ਨੂੰ ਨਿਰੰਜਨ ਕਹਿੰਦੇ ਨੇ। ਮਨ ਦੇ ਵਿੱਚ ਉਹਦੇ ਦਰਸ਼ਨਾਂ ਦੀ ਉਹ ਪ੍ਰੀਤੀ ਹੈ ਕਿ ਵਾਹਿਗੁਰੂ ਦੇ ਦਰਸ਼ਨ ਕਦੋਂ ਹੋਣ। ਇਸ ਪ੍ਰਕਾਰ ਦਾ ਇਹ ਹੋਣਾ ਚਾਹੀਦਾ। ਇਹਨੂੰ ਅਸੀਂ ਕਹਿੰਦੇ ਹਾਂ ਵੀ ਇਹ ਹੈ ਅਪਰਸ, ਬਾਕੀ ਤਾਂ ਦਿਖਾਵੇ ਮਾਤਰ ਹੈ। ਪਰਤ੍ਰੇ ਰੂਪ ਨਾ ਪੇਖੈ ਨੇਤਰ। ਤੇ ਪਰਾਈ ਇਸਤਰੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਤੇ ਵਿਸ਼ਿਆਂ ਦੇ ਸੁਭਾਅ ਨਾਲ, ਨੇਤਰਾਂ ਦੇ ਨਾਲ ਜਿਹੜਾ ਮਾੜੀ ਦ੍ਰਿਸ਼ਟੀ ਨਾਲ ਦੇਖਣਾ ਹੈ, ਇਹ ਨਾ ਦੇਖਣ ਵਾਲਾ ਹੋਵੇ, ਇਹ ਗਲਤੀ ਨਾ ਕਰੇ। ਦੇਖ ਪਰਾਈਆਂ ਚੰਗੀਆਂ ਮਾਂ ਭੈਣਾਂ ਧੀਆਂ ਜਾਣਾ, ਇਸ ਪ੍ਰਕਾਰ ਦਾ ਸੁਭਾਅ ਹੋਵੇ। ਸਾਧ ਕੀ ਟਹਿਲ ਸੰਤ ਸੰਗ ਹੀਤ। ਸ੍ਰੇਸ਼ਟ ਕਰਮ ਕਰਨ ਵਾਲੇ ਨਾਮ ਰਤੜਿਆਂ ਦੀ, ਸਾਧ ਜਨਾਂ ਦੀ ਟਹਿਲ ਸੇਵਾ ਕਰੇ ਅਤੇ ਸੰਤਾਂ ਦੀ ਸੰਗਤ ਵਿੱਚ ਹੇਤ ਪ੍ਰੇਮ ਕਰੇ। ਸ਼ਾਂਤ ਆਤਮਾ ਜਿਹੜੇ ਹਨ ਤੇ ਇਸ ਪ੍ਰਕਾਰ ਉਹਨਾਂ ਦੇ ਨਾਲ ਪ੍ਰੇਮ ਕਰੇ। ਕਰਨ ਨਾ ਸੁਨੈ ਕਾਹੂ ਕੀ ਨਿੰਦਾ। ਕਰਨ ਕੰਨਾਂ ਦਾ ਨਾਮ ਹੈ, ਕੰਨਾਂ ਦੇ ਨਾਲ ਕਿਸੇ ਦੀ ਵੀ ਨਿੰਦਿਆ ਨਾ ਸਮਝ। ਨਿੰਦਿਆ ਕੀ ਹੈ? ਬਦਨਾਮੀ, ਕਿਸੇ ਦੇ ਅਪਮਾਨ ਕਰਨ ਵਾਲੇ ਸ਼ਬਦ, ਨਿਰਾਦਰ ਵਾਲੇ ਸ਼ਬਦ, ਉਹਨੂੰ ਨਿੰਦਿਆ ਕਹਿੰਦੇ। ਇਹ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਹੁੰਦੀ ਹੈ ਝੂਠੀ ਨਿੰਦਿਆ, ਇੱਕ ਹੁੰਦੀ ਹੈ ਸੱਚੀ ਨਿੰਦਿਆ। ਨਿੰਦਿਆ ਨਿੰਦਿਆ ਹੀ ਹੁੰਦੀ ਹੈ। ਇੱਕ ਤਾਂ ਹੈ ਵੀ ਕਿਸੇ ਨੇ ਉਹ ਮਾੜਾ ਕਰਮ ਕੀਤਾ ਤੇ ਉਹਦੀ ਫਿਰ ਉਹ ਨਿੰਦਿਆ ਕਰ ਰਿਹਾ ਤੇ ਇਹ ਐਸਾ ਮੰਨ ਲੈਂਦੇ ਨੇ, ਕਹਿੰਦੇ ਜੀ ਸੱਚ ਕਹਿਣ ਦੀ ਤਾਂ ਨਿੰਦਿਆ ਨਹੀਂ ਹੁੰਦੀ। ਇਹ ਕੌਣ ਕਹਿੰਦਾ ਵੀ ਨਿੰਦਿਆ ਨਹੀਂ ਹੁੰਦੀ? ਨਿੰਦਿਆ ਤਾਂ ਨਿੰਦਿਆ ਹੁੰਦੀ ਹੈ, ਪਰ ਉਹ ਸੱਚੀ ਨਿੰਦਿਆ ਹੈ ਨਿੰਦਿਆ ਹੀ, ਕਿਉਂਕਿ ਅਪਜਸ ਕਰ ਰਿਹਾ ਹੈ। ਜੇ ਉਹਨੇ ਮਾੜਾ ਕਰਮ ਕੀਤਾ ਉਹਦਾ ਪਾਪ ਦਾ ਹਿੱਸਾ ਤੂੰ ਕਾਹਦੇ ਬਣਾਉਣਾ ਨਿੰਦਿਆ ਕਰਕੇ? ਇਹ ਤੈਨੂੰ ਘਾਟਾ ਪਊਗਾ। ਦੂਸਰੀ ਹੁੰਦੀ ਹੈ ਝੂਠੀ ਨਿੰਦਿਆ। ਝੂਠੀ ਨਿੰਦਿਆ ਹੁੰਦੀ ਹੈ ਵੀ ਉਹਨੇ ਉਹ ਕਰਮ ਕੀਤਾ ਨਹੀਂ, ਲੇਕਿਨ ਕਹਿ ਰਿਹਾ ਵੀ ਇਹਨੇ ਕੀਤਾ। ਉਹਦਾ ਦੂਸਰੀ ਨਿੰਦਿਆ ਨਾਲੋਂ ਦੁੱਗਣਾ ਪਾਪ ਹੈ ਉਹਦਾ ਵੀ ਪਾਪ, ਇਹਦਾ ਇਹ ਦੁੱਗਣਾ ਪਾਪ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਕਿਸੇ ਦੀ ਵੀ ਨਿੰਦਿਆ, ਚਾਹੇ ਸੱਚੀ ਹੈ ਚਾਹੇ ਝੂਠੀ ਹੈ, ਕੰਨਾਂ ਦੇ ਨਾਲ ਸੁਣਨਾ ਨਾ ਕਰੇ।
ਇਸ ਕਰਕੇ ਫਿਰ ਐਸਾ ਸੁਭਾਅ ਬਣਾ ਲਵੇ। ਸਭ ਤੇ ਜਾਣੈ ਆਪਸ ਕੋ ਮੰਦਾ। ਸਾਰਿਆਂ ਤੋਂ ਆਪਣੇ ਆਪ ਨੂੰ ਮੰਦਾ ਭੈੜਾ ਜਾਣਦਾ ਹੋਵੇ। ਤੇ ਜਦੋਂ ਸਾਰੀ ਦੁਨੀਆ ਦੇ ਵਿੱਚੋਂ ਆਪਣੇ ਆਪ ਨੂੰ ਹੀ ਮਾੜਾ ਸਮਝ ਲਿਆ ਤਾਂ ਨਿੰਦਿਆ ਕਿਹਦੀ ਕਰੂਗਾ? ਫਿਰ ਉਹ ਤਾਂ ਆਪਣੇ ਆਪ ਦੀ ਨਿੰਦਿਆ ਕਰ ਰਿਹਾ। ਫਿਰ ਜਿਹੜੀ ਆਪਣੇ ਆਪ ਦੀ ਨਿੰਦਿਆ ਕਰਨੀ ਹੈ ਇਹ ਵੀ ਨਿੰਦਿਆ। ਇਹਦਾ ਫਲ ਦੂਸਰੇ ਨੂੰ ਮਿਲਦਾ ਜਿਹੜਾ ਉਹ ਸੁਣਨ ਵਾਲਾ ਹੈ। ਆਪਣੇ ਗੁਨਾਹ ਦੱਸ ਰਿਹਾ ਹੈ, ਆਪਣੇ ਪਾਪ ਦੱਸ ਰਿਹਾ ਹੈ। ਇਹ ਮਤ ਸਮਝੋ ਵੀ ਆਪਣੇ ਪਾਪ ਦੱਸ ਰਿਹਾ ਹੈ। ਉਹ ਆਪਣੇ ਪਾਪਾਂ ਦਾ ਹਿੱਸਾ ਤੁਹਾਨੂੰ ਦੇ ਰਿਹਾ ਹੈ। ਜਿਹੜੇ ਸੁਣ ਰਹੇ ਆ ਉਹ ਪਾਪ ਬਣ ਰਿਹਾ। ਉਹਦੀ ਜਿਹੜੀ ਨਿੰਦਿਆ ਆਪਣੇ ਆਪ ਦੀ ਕਰਦਾ ਹੈ ਵੀ ਮੇਰੇ ਤੋਂ ਆਹ ਕੋ ਕਰਮ ਹੋਇਆ, ਮੇਰੇ ਤੋਂ ਆਹ ਹੋਇਆ, ਉਹ ਲੋਕਾਂ ਨੂੰ ਵੰਡ ਦਿੰਦਾ ਹੈ। ਸੁਣਨ ਵਾਲੇ ਫਿਰ ਅੱਗੇ ਤੋਂ ਅੱਗੇ ਵਿਆਖਿਆ ਕਰਦੇ ਨੇ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ, ਮੀਤ ਹਮਾਰਾ ਸੋਏ। ਕਹਿੰਦੇ ਉਹ ਹੈ ਮੇਰਾ ਮਿੱਤਰ। ਇਹਦਾ ਲਾਭ ਹੈ, ਉਹਦਾ ਨੁਕਸਾਨ ਹੈ। ਐਸਾ ਦੱਸ ਰਹੇ ਨੇ ਮਹਾਰਾਜ। ਗੁਰੂ ਪ੍ਰਸਾਦ ਵਿਖਿਆ ਪਰ ਹਰੈ। ਗੁਰੂ ਦੀ ਕਿਰਪਾ ਦੇ ਨਾਲ ਵਿਸ਼ੇ ਜਿਹੜੇ ਹਨ, ਵਿਖਿਆ ਦਾ ਅਰਥ ਹੈ ਵਿਸ਼ੇ। ਇਹਨਾਂ ਵਿਸ਼ਿਆਂ ਦੀ ਵਾਸ਼ਨਾ ਨੂੰ ਪਰ ਹਰੈ ਨਾਮ ਤਿਆਗਣ ਦਾ ਤਿਆਗ ਦੇਵੇ। ਮਨ ਕੀ ਵਾਸਨਾ ਮਨ ਤੇ ਟਰੈ। ਮਨ ਇੱਥੇ ਅੰਤਸ਼ਕਰਨ ਨੂੰ ਕਿਹਾ। ਅੰਤਸ਼ਕਰਨ ਦੀ ਜਿਹੜੀ ਭੈੜੀ ਵਾਸ਼ਨਾ ਹੈ ਉਹ ਮਨ ਤੋਂ ਹੀ ਟਲ ਸਕਦੀ ਹੈ। ਅਸ਼ੁੱਧ ਮਨ ਦੇ ਵਿੱਚ ਵਾਸ਼ਨਾ ਉੱਠਦੀ ਹੈ। ਸ਼ੁੱਧ ਮਨ ਵਾਸ਼ਨਾ ਨੂੰ ਕਾਬੂ ਕਰਦਾ ਹੈ। ਅਸ਼ੁੱਧ ਮਨ ਜਿਹੜਾ ਹੈ ਉਹ ਪਾਪ ਚਿੱਤ ਦਾ, ਸ਼ੁੱਧ ਮਨ ਉਹਨੂੰ ਸਮਝਾਉਂਦਾ ਹੈ। ਉਹ ਇਸ ਕਰਕੇ ਮਨ ਦੀ ਵਾਸ਼ਨਾ ਸ਼ਬਦ ਸਪਰਸ਼ ਰੂਪ ਰਸ ਗੰਧ ਤੇ ਗੁਰਾਂ ਦੇ ਸ਼ਬਦ ਦੇ ਮੰਨਣ ਕਰਕੇ ਵੀ ਮਨ ਤੋਂ ਇਹ ਟਲ ਜਾਂਦੀ ਹੈ। ਮਨ ਤੇ ਟਰੈ ਇਉਂ ਲੈ ਜਾਂਦੀ ਹੈ, ਮਨ ਤੋਂ ਦੂਰ ਹੋ ਜਾਂਦੀ ਹੈ। ਇਹਦੇ 'ਚ ਧਰਮ ਸ਼ਾਸਤਰਾਂ 'ਚ ਪ੍ਰਮਾਣ ਹੈ, ਜਲ ਕਰ ਕਰਦਮ ਉਪਜਦ ਹੈ। ਕਹਿੰਦੇ ਪਾਣੀ ਕਰਕੇ ਚਿੱਕੜ ਪੈਦਾ ਹੁੰਦਾ ਹੈ। ਲੋ ਜੇ ਪਾਣੀ ਨਾ ਹੋਵੇ, ਚਿੱਕੜ ਕੇ ਜਿਹੜੇ ਚੜੇ ਨਾਲੀਆਂ ਨੇ ਇਹਨਾਂ 'ਚ ਪਾਣੀ ਕਰਕੇ ਹੀ ਚਿੱਕੜ ਹੈ ਨਾ। ਕੀ ਕਹਿੰਦੇ ਜਲ ਕਰ ਪੰਕ ਵਿਨਾਸ਼। ਤੇ ਪਾਣੀ ਚਿੱਕੜ ਨੂੰ ਰੋੜ ਕੇ ਲੈ ਜਾਂਦਾ ਹੈ। ਪਾਣੀ ਤੋਂ ਹੀ ਪੈਦਾ ਹੋਇਆ, ਪਾਣੀ ਰੋੜ ਕੇ ਲੈ ਗਿਆ। ਮਨ ਕਰ ਉਪਜਦ ਪਾਪ ਕਿਲ। ਮਨ ਕਰ ਹੀ ਅਗਨਾਸ਼। ਮਨ ਦੇ ਵਿੱਚੋਂ ਪਾਪ ਪੈਦਾ ਹੁੰਦੇ, ਮਨ ਹੀ ਪਾਪਾਂ ਨੂੰ ਹੂੰਝ ਕੇ ਲੈ ਜਾਂਦਾ ਹੈ, ਜਿਵੇਂ ਪਾਣੀ ਹੂੰਝ ਕੇ ਲੈ ਜਾਂਦਾ ਹੈ। ਇਹ ਪ੍ਰਮਾਣ ਹੈ। ਮਨ ਕੀ ਵਾਸਨਾ ਮਨ ਤੇ ਟਰੇ। ਮਨ ਦੀ ਵਾਸਨਾ ਮਨ ਤੋਂ ਟਲੇਗੀ। ਜਿਸ ਵੇਲੇ ਗੁਰੂ ਦੀ ਕਿਰਪਾ ਹੋ ਗਈ, ਵਿਸ਼ਿਆਂ ਦੀ ਵਾਸ਼ਨਾ ਨੂੰ ਕਿਵੇਂ ਤਿਆਗਦਾ ਹੈ? ਸ਼ਬਦ ਦੀ ਧੁਨ ਇੱਕ ਰਸ ਜਾਰੀ ਕਰ ਦਿੱਤੀ ਅੰਦਰ। ਜਿੱਥੋਂ ਵਾਸ਼ਨਾ ਉੱਠੀਆਂ ਸੀ ਉੱਥੇ ਸ਼ਬਦ ਦੀ ਧੁਨ ਟਿਕਾ ਦਿੱਤੀ। ਤੇ ਜੇ ਕਿਤੇ ਉਹ ਨੇੜੇ ਆਉਂਦੀ ਵੀ ਹੈ ਵਾਸ਼ਨਾ, ਇਹਦੇ 'ਚ ਵੀ ਇਸ ਤਰ੍ਹਾਂ ਹੈ। ਕਿਤੇ ਕਿਤੇ ਪਾਣੀ ਦੇ ਫੁਹਾਰੇ ਚੱਲਦੇ ਹੈ। ਧਰਤੀ ਦੇ ਵਿੱਚੋਂ ਪਾਣੀ ਨਿਕਲਦਾ, ਬੜੇ ਜ਼ੋਰਦਾਰ ਪਾਣੀ ਨਿਕਲਦਾ। ਉਹਦੇ ਉੱਤੇ ਕੋਈ ਚੀਜ਼ ਰੱਖਦੇ ਹੋ ਤੁਸੀਂ, ਉਹਨੂੰ ਵੀ ਭਗਾ ਕੇ ਮਾਰਦਾ। ਸਾਡੇ ਅੰਦਰ ਖਿਆਲਾਂ ਦਾ ਇੱਕ ਚਸ਼ਮਾ ਚੱਲ ਰਿਹਾ ਹੈ। ਜੇ ਉਹਦੇ ਤੇ ਨਾਮ ਟਿਕਾਉਣੇ ਆ ਤਾਂ ਨਾਮ ਨੂੰ ਵੀ ਭਗਾ ਕੇ ਪਰੇ ਮਾਰਦਾ। ਟਿਕਦਾ ਨਹੀਂ, ਨਾਮ ਟਿਕਣ ਨਹੀਂ ਦਿੰਦਾ ਅੰਦਰ। ਤੇ ਉਹਦੇ 'ਚ ਪ੍ਰੈਸ਼ਰ ਇੰਨਾ ਹੈ ਖਿਆਲਾਂ ਦਾ। ਇਹ ਤਾਂ ਹੌਲੀ ਹੌਲੀ ਫਿਰ ਜਦੋਂ ਉਹ ਚਸ਼ਮਾ ਬਦਲ ਕੇ ਮਾੜੇ ਖਿਆਲਾਂ ਦਾ ਨਾਮ ਦੇ ਚਸ਼ਮਾ ਬਣ ਜਾਵੇ, ਫੁਹਾਰੇ ਦੇ ਜਲ ਵਾਂਗੂ ਨਾਮ ਹੀ ਚੱਲਣ ਲੱਗ ਜਾਵੇ, ਤੇ ਫਿਰ ਜਿਸ ਕਾਰਜ ਲਈ ਸੰਸਾਰ ਵਿੱਚ ਆਇਆ ਸੀ ਉਹ ਜੀਵਨ ਦੀ ਬਾਜੀ ਜਿੱਤ ਗਿਆ। ਪਰ ਇਸੇ ਨੂੰ ਅਭਿਆਸ ਕਹਿੰਦੇ। ਮੁੜ ਮੁੜ ਕੇ ਮਨ ਦੇ ਵਿੱਚੋਂ ਜਨਮਾਂ ਜਨਮਾਤਰਾਂ ਦੇ ਮਾੜੇ ਸੰਸਕਾਰ ਪਏ ਵੇ ਨੇ ਤੇ ਨਵਾਂ ਸੰਸਕਾਰ ਸਵੀਕਾਰ ਨਹੀਂ ਕਰਦਾ। ਨਾਮ ਦਾ ਨਵਾਂ ਸੰਸਕਾਰ ਹੈ ਮਨੁੱਖ ਜਾਮੇ ਦੇ ਵਿੱਚ। ਬੜੀ ਕੋਸ਼ਿਸ਼ ਕਰਨ ਦੇ ਨਾਲ ਫਿਰ ਇਹ ਮਨ ਦੀ ਵਾਸ਼ਨਾ ਮਨ ਤੋਂ ਲੈਂਦੀ ਹੈ। ਇੰਦਰੀ ਜਿਤ ਪੰਜ ਦੁਖ ਤੇ ਰਹਿਤ। ਆਪਣੀ ਇੰਦਰੀਆਂ ਨੂੰ, ਜਿਵੇਂ ਅੱਖਾਂ ਬੁਰੇ ਪਾਸੇ ਨੂੰ ਦੇਖਦੀਆਂ, ਕੰਨ ਨਿੰਦਿਆ ਸੁਣਦੇ ਨੇ, ਇਹ ਸਾਰੇ ਨਿੰਦਰੀਆਂ, ਕਰਮ ਇੰਦਰੀ, ਗਿਆਨ ਇੰਦਰੀ, ਇਹਨਾਂ ਨੂੰ ਜਿੱਤ ਲਵੇ, ਜਿੱਤਣ ਵਾਲਾ ਹੋਵੇ। ਪੰਜੇ ਦੋਖ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ,
ਇਹਨਾਂ ਤੋਂ ਰਹਿਤ ਹੋ ਜਵੇ, ਤਿਆਗੀ ਹੋ ਜਵੇ ਇਹਨਾਂ ਦਾ, ਇਹਨਾਂ ਨੂੰ ਤਿਆਗ ਦੇਵੇ। ਨਾਨਕ ਕੋਟ ਮਦ ਕੋ ਐਸਾ ਅਪਰਸ। ਕਹਿੰਦੇ ਫਿਰ ਕਰੋੜਾਂ ਦੇ ਵਿੱਚੋਂ ਨਾਨਕ ਕੋਟ ਮੱਧੇ, ਇਹਨੂੰ ਅੱਧੀ ਕ ਅਧਿਕ ਮੰਗੋ ਮਧੇ ਹੁੰਦਾ ਮੱਧ ਦੇਣਾ, ਰੋਲ ਦੇਣਾ। ਮੱਧੇ ਦਾ ਅਰਥ ਹੁੰਦਾ ਵਿੱਚ। ਇਸ ਨੂੰ ਜਿਹੜੇ ਕਰੋੜਾਂ ਦੇ ਵਿੱਚੋਂ ਕਹਿੰਦੇ, ਇਸ ਤਰ੍ਹਾਂ ਜੇ ਆਪਾਂ ਮਥਨ ਕਰਕੇ ਦੇਖੀਏ, ਵਿਚਾਰ ਕਰਕੇ ਦੇਖੀਏ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਲੱਭੂਗਾ। ਫਿਰ ਕੋ ਐਸਾ ਅਪਰਸ, ਜਿਹੜਾ ਨਾ ਛੋਹਣ ਵਾਲਾ, ਭਾਵ ਜਿਹੜਾ ਪਦਾਰਥਾਂ ਨੂੰ ਨਹੀਂ ਛੋਹੰਦਾ। ਐਸਾ ਅਸ਼ੋਹ ਭਗਤ, ਮੈਕੀ ਪਦਾਰਥਾਂ ਤੋਂ ਅਪਰਸ, ਛੋਹਣ ਤੋਂ ਰਹਿਤ। ਪਾਪ ਪੁੰਨ ਕਾ ਇਸ ਲੇਪ ਨਾ ਲੱਗੈ, ਘਟ ਘਟ ਅੰਤਰ ਸਦ ਹੀ ਜਾਗੈ। ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਅਪਰਸ ਜਿਹੜਾ ਭੇਖ ਸੀ ਉਹਦੇ ਬਾਰੇ ਕਿਹਾ, ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਿਹਾ, ਮਹਾਰਾਜ ਜੀ ਵੈਸ਼ਨੂੰ ਦੇ ਲੱਛਣ ਦੱਸੋ। ਇਹ ਪ੍ਰਸ਼ਨ ਸਿੱਖਾਂ ਨੇ ਕੀਤਾ ਹੈ। ਉੱਤਰ ਦਿੰਦੇ ਨੇ, ਵੈਸਨੂੰ ਸੋ ਜਿਸ ਉਪਰ ਸੋ ਪ੍ਰਸੰਨ। ਮਹਾਰਾਜ ਸਾਹਿਬ ਕਹਿੰਦੇ ਵੈਸ਼ਨੂੰ, ਉਹ ਕਹਿੰਦੇ ਉਹ ਹੈ ਵੈਸ਼ਨੂੰ। ਇਹ ਰਾਮਾਨੰਦ ਨੇ ਜਿਹੜਾ ਚਲਾਇਆ ਸੀ ਧਰਮ, ਉਹ ਤਾਂ ਵਿਰਾਗੀ ਧਰਮ ਸੀ ਉਹਨਾਂ ਦਾ, ਵਿਰਾਗੀ ਮਤ ਹੈ ਰਾਮਾਨੰਦ ਦਾ। ਉਹਦੇ ਅੱਗੇ ਇੱਕ ਸ਼ਿਸ਼ ਨੇ ਕਰਨੀ ਕਮਾਈ ਵਾਲਾ ਹੋਵੇ, ਉਹਨੇ ਵੈਸ਼ਨੂੰ ਮਤ ਚਲਾਇਆ। ਇਹ ਨਾਲ ਸੰਬੰਧਿਤ ਹੀ ਹੈ। ਕਹਿੰਦੇ ਵੈਸ਼ਨੂੰ ਉਹ ਹੈ ਅਸਲ ਦੇ ਵਿੱਚ ਜਿਸ ਉਪਰ ਸੋ ਪ੍ਰਸੰਨ, ਜਿਹਦੇ ਉੱਤੇ ਵਾਹਿਗੁਰੂ ਭਲੀ ਪ੍ਰਕਾਰ ਪ੍ਰਸੰਨ ਹੋ ਜਵੇ, ਖੁਸ਼ ਹੋ ਜਵੇ। ਜਿਹੇ ਕੁਲ ਸਾਧ ਵੈਸ਼ਨੋ ਹੋਏ। ਤੇ ਇਸ ਪ੍ਰਕਾਰ ਫਿਰ ਉਹ ਜਿਹੜੀ ਵਿਸ਼ਨ ਦੀ ਮਾਇਆ ਹੈ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਵਿਸ਼ਨ ਪਰਮੇਸ਼ਰ ਦੀ ਜਿਹੜੀ ਮਾਇਆ ਹੈ, ਇਹ ਤੋਂ ਭਿੰਨ ਵੱਖਰਾ ਅਸੰਗ ਹੋ ਜਵੇ, ਨਿਰਲੇਪ ਹੋ ਜਵੇ। ਤੁਰਿਆ ਪਦ ਵਿੱਚ ਸਥਿਤ ਉਹਦੀ ਹੋ ਜਵੇ, ਜਾਂ ਤੁਰਿਆ ਪਦ ਇਸਤ ਦੀ ਰੱਖਦਾ ਹੋਵੇ। ਵਿਸ਼ਿਆਂ ਨੂੰ ਪੈਦਾ ਕਰਨ ਵਾਲੀ ਮਾਇਆ ਤੋਂ ਭਿੰਨ ਵੱਖਰਾ ਕਰ ਲਵੇ ਆਪਣੇ ਆਪ ਨੂੰ। ਕਰਮ ਕਰਤ ਹੋਵੇ ਨਿਹ ਕਰਮ। ਕਰਮ ਨੂੰ ਕਰਦਾ ਹੋਇਆ ਨਿਹ ਕਰਮ ਨਿਸ਼ਕਾਮੀ ਹੋ ਜਵੇ। ਉਹ ਇੱਛਾ ਨਾ ਰੱਖੇ, ਕਾਮਨਾ ਤੋਂ ਰਹਿਤ ਹੋ ਕੇ ਕਰਮ ਕਰੇ। ਇਸੇ ਕਰਕੇ ਉਸੇ ਨੂੰ ਫਿਰ ਵਾਹਿਗੁਰੂ ਦੀ ਪ੍ਰਾਪਤੀ ਵੀ ਤਾਂ ਉਸੇ ਨੂੰ ਹੁੰਦੀ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਰਮ ਕਰੇ ਪਰ ਕਾਮਨਾ ਨਾ ਕਰੇ, ਕਿਸੇ ਪ੍ਰਕਾਰ ਦੀ ਇੱਛਾ ਨਾ ਰੱਖੇ। ਕਿਸ ਵੈਸਨੋ ਕਾ ਨਿਰਮਲ ਧਰਮ। ਉਸ ਵੈਸਨੋ ਕਾ, ਉਹਦਾ ਉਹ ਜਿਹੜਾ ਵੈਸ਼ਨਵ ਨਿਰਮਲ ਮਤ ਵਾਲਾ ਉਹ ਹੈ, ਫਿਰ ਉਹਦਾ ਨਿਰਮਲ ਧਰਮ ਸਮਝੋ, ਉਜਲ ਧਰਮ ਹੈ ਉਸਦਾ। ਇਹ ਅਸਲੀ ਵੈਸ਼ਨੋ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਕਿਸੇ ਪ੍ਰਕਾਰ ਦੇ ਫਲ ਦੀ ਇੱਛਾ ਨਾ ਚਾਹੁੰਦਾ ਹੋਵੇ। ਕੇਵਲ ਭਗਤ ਕੀਰਤਨ ਸੰਗ ਰਾਚੈ। ਕੇਵਲ ਵਾਹਿਗੁਰੂ ਦੀ ਭਗਤੀ ਦੇ ਨਾਲ ਲੱਗਿਆ ਹੋਵੇ, ਜਿਵੇਂ ਕੀਰਤਨ ਜਸ ਵਾਹਿਗੁਰੂ ਦਾ ਕਰਨਾ। ਇਹਦੇ ਵਿੱਚ ਉਹਦਾ ਮਨ ਜਿਹੜਾ ਰਾਚੈ, ਰਚਿਆ ਹੋਵੇ, ਉਹਦੇ ਮਨ ਦੀ ਲਗਨ ਕਥਾ ਕੀਰਤਨ ਦੀ ਉਹ ਹੋਵੇ। ਮਨ ਤਨ ਅੰਤਰ ਸਿਮਰਨ ਗੋਪਾਲ। ਮਨ ਅੰਤਸਕਰਨ ਤਨ ਸਰੀਰ। ਇਹਦੇ ਅੰਦਰ ਗੋ ਪ੍ਰਿਥਵੀ ਦੇ ਜੋ ਪਾਲਣਾ ਕਰਨ ਵਾਲਾ ਹੈ, ਉਹ ਪਰਮੇਸ਼ਰ ਹੈ, ਉਹਦਾ ਸਿਮਰਨ ਹੀ ਕਰਦਾ ਹੋਵੇ। ਸਭ ਉਪਰ ਹੋਵਤ ਕਿਰਪਾਲ। ਸਾਰਿਆਂ ਦੇ ਉੱਤੇ ਕਿਰਪਾਲ ਦਿਆਲੂ ਹੋਣਾ ਕਰੇ, ਭਾਵ ਕਿਸੇ ਤੇ ਉਹ ਕ੍ਰੋਧਿਤ ਨਾ ਹੋਵੇ, ਜੀਵਾਂ ਤੇ ਤਰਸ ਕਰਨ ਵਾਲਾ ਹੋਵੇ, ਇਸ ਪ੍ਰਕਾਰ ਦਾ ਸੁਭਾਅ ਰੱਖਦਾ ਹੋਵੇ। ਆਪ ਦ੍ਰਿੜ ਅਵਰਹ ਨਾਮ ਜਪਾਵੇ। ਆਪਣੇ ਮਨ ਦੇ ਵਿੱਚ ਨਾਮ ਨੂੰ ਪੱਕਾ ਕਰਕੇ ਰੱਖੇ। ਦ੍ਰਿੜ ਨਾਮ ਹੈ, ਪੱਕੇ ਦਾ ਦ੍ਰਿੜ ਹੈ, ਉਹ ਪੱਕਾ ਕਰ ਲਵੇ। ਅਵਰ ਹੈ, ਹੋਰਨਾਂ ਨੂੰ ਨਾਮ ਦ੍ਰਿੜ ਕਰਾਵੇ, ਜਪਾਵੇ ਹੋਰਨਾਂ ਨੂੰ ਨਾਮ। ਨਾਨਕ ਉਹ ਵੈਸਨੋ ਪਰਮਗਤ ਪਾਵੇ। ਉਹ ਭਾਈ ਵੈਸ਼ਨੂ ਹੈ ਅਸਲੀ। ਉਹ ਤਾਂ ਫਿਰ ਸਭ ਤੋਂ ਵੱਡੀ ਪਰਮ, ਸਭ ਤੋਂ ਵੱਡੀ ਜਿਹੜੀ ਗਤੀ ਹੈ ਉਹ ਕੇਵਲ ਮੋਕਸ਼ ਦੀ ਹੈ, ਉਹ ਪਾ ਲੈਂਦਾ। ਕੇਵਲ ਮੋਕਸ਼ ਨੂੰ, ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਤੇ ਭਾਵ ਕੀ ਹੈ ਵੀ ਜਿਹੜੇ ਵੈਸ਼ਨਵ ਮਤ ਵਾਲੇ, ਉਹਨਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਨਿਯਮ ਹੈ।
ਮਾਸ ਸ਼ਰਾਬ ਨੂੰ ਹੱਥ ਨਹੀਂ ਲਾਉਂਦੇ, ਤਮੋ ਗੁਣ ਜਿਹੜੇ ਪਦਾਰਥ ਨੇ ਉਹ ਨਹੀਂ ਖਾਂਦੇ, ਉਹ ਸਤੋਮੀ ਪਦਾਰਥ ਖਾਂਦੇ, ਉਹ ਠੀਕ ਹੈ, ਉਹਨਾਂ ਦਾ ਖਿਆਲ ਹੈ ਇਸ ਪ੍ਰਕਾਰ। ਪਰ ਉਹਦੇ ਨਾਲ ਨਾਲ ਇਹ ਗੁਣ ਚਾਹੀਦੇ ਨੇ, ਕੱਲਾ ਸਤੋਮੀ ਖਾਣੇ ਖਾ ਕੇ ਵੈਸ਼ਨੂੰ ਨਹੀਂ ਬਣ ਜਾਂਦਾ। ਜੀਵ ਹਿੰਸਾ ਤਿਆਗੀ ਹੈ ਚੰਗਾ ਗੁਣ, ਪਰ ਅਸਲੀ ਵੈਸ਼ਨੂੰ ਇਹ ਹੈ। ਦੁਬਾਰੇ ਬੋਲੇ। ਨਾਨਕ ਉਹ ਵੈਸਨੋ ਪਰਮਗਤ ਪਾਵੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਉਹ ਵੈਸ਼ਨੂੰ ਪਰਮ ਗਤੀ ਜਿਹੜੀ ਕੈਵਲ ਮੋਕਸ਼ ਉਹਨੂੰ ਪ੍ਰਾਪਤ ਕਰ ਲੈਂਦਾ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਨੇ ਜਦੋਂ ਇਹ ਦੱਸਿਆ ਫਿਰ ਕਹਿੰਦੇ ਮਹਾਰਾਜ ਜੀ ਜਿਹੜੇ ਰਾਸ ਧਾਰੀਏ ਨੇ ਤੇ ਇਹਨਾਂ ਦਾ ਆਪਣਾ ਧਰਮ ਹੈ ਭਗਉਤੀ ਇਹ ਕਹਾਉਂਦੇ ਨੇ, ਅਸਲ ਦੇ ਵਿੱਚ ਇਹਨਾਂ ਨੂੰ ਇਹ ਮਤ ਦਾ ਨਾਮ ਭਗਉਤੀ ਹੈ। ਤੇ ਇਹ ਜਿਹੜੇ ਮਹਾਰਾਜ ਭਗਉਤੀ ਨੇ ਇਹਨਾਂ ਦੇ ਬਾਰੇ ਵੀ ਕੁਝ ਆਪ ਜੀ ਚਾਨਣਾ ਪਾਓ। ਤਾਂ ਮਹਾਰਾਜ ਸਾਹਿਬ ਨੇ ਉੱਤਰ ਵਿੱਚ ਫਰਮਾਇਆ, ਭਗਉਤੀ ਭਗਵੰਤ ਭਗਤ ਕਾ ਰੰਗ। ਕਿ ਭਗਉਤੀ ਜਿਹੜੇ ਰਾਸ ਧਾਰੀਏ ਜਿਹੜੇ ਪਰਮੇਸ਼ਰ ਦੇ ਉਪਾਸਕ ਹੈ, ਭਗਉਤੀ ਦੇ ਕਿੰਨੇ ਅਰਥ ਨੇ ਜਿਹੜੇ ਰੌਲਾ ਪਾਈ ਫਿਰਦੇ ਨੇ ਜੀ ਭਗਉਤੀ ਦਾ ਦੇਵੀ ਨੂੰ ਕਹਿੰਦੇ ਨੇ। ਮੇਰਾ ਖਿਆਲ ਸ਼ਾਇਦ ਕਦੇ ਸੁਖਣੀ ਸਾਹਿਬ ਪੜ੍ਹਿਆ ਨਹੀਂ ਹੋਣਾ ਧਿਆਨ ਨਾਲ, ਇਹ ਵੀ ਗੱਲ ਹੋ ਸਕਦੀ ਹੈ। ਤੇ ਜਾਂ ਫਿਰ ਦਸਮ ਦੀ ਬਾਣੀ ਦੇ ਗੋਹਜ ਭੇਦ ਕਿਸੇ ਉਸਤਾਦ ਤੋਂ ਪੜ੍ਹੇ ਨਹੀਂ ਹੈ, ਆਪਣੀ ਮਰਜ਼ੀ ਦੇ ਅਰਥ ਕਰਕੇ ਕਰ ਲਏ। ਤੇ ਇੱਥੇ ਭਗਉਤੀ ਤੇ ਭਗਵੰਤ ਦੋ ਸ਼ਬਦ ਨੇ, ਇੱਕ ਰੱਬ, ਇੱਕ ਰੱਬ ਦੇ ਧਿਆਉਣ ਵਾਲਾ। ਭਗਉਤੀ ਹੋ ਗਿਆ ਧਿਆਉਣ ਵਾਲਾ, ਭਗਵੰਤ ਹੋ ਗਿਆ ਪਰਮੇਸ਼ਰ। ਕਹਿੰਦੇ ਉਹ ਪਰਮੇਸ਼ਰ ਦਾ ਉਪਾਸਕ ਹੋ ਸਕਦਾ ਹੈ। ਭਗਉਤੀ ਭਗਵੰਤ ਭਗਤ ਕਾ ਰੰਗ, ਜਿਹਨੂੰ ਭਗਤੀ ਦਾ ਹੀ ਰੰਗ ਚੜਿਆ ਪਿਆ ਹੋਵੇ ਉਹ ਹੈ ਭਗਉਤੀ। ਤੋ ਇਸ ਕਰਕੇ ਸੋ ਭਗਉਤੀ ਜੋ ਭਗਵੰਤ ਹੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ, ਉਹ ਹੈ ਮਹਾਰਾਜ ਕਹਿੰਦੇ ਅਸਲੀ ਭਗਉਤੀ। ਸਗਲ ਤਿਆਗੈ ਦੁਸ਼ਟ ਕਾ ਸੰਗ। ਜੋ ਸਾਰੇ ਦੁਸ਼ਟ ਭੈੜੇ ਪੁਰਸ਼ਾਂ ਦਾ ਸਾਥ ਛੱਡ ਦੇਵੇ। ਭੈੜੇ ਸਾਥੀ ਕੌਣ? ਕਾਮ ਕ੍ਰੋਲੋ ਮੋਹ ਹੰਕਾਰ, ਇਹ ਵੀ ਭੈੜੇ ਸਾਥੀ ਨੇ। ਇਸ ਕਰਕੇ ਇਹਨਾਂ ਸਾਰਿਆਂ ਦਾ ਦੁਸ਼ਟਾਂ ਦਾ ਭੈੜਿਆਂ ਦਾ ਸੰਗ ਛੱਡ ਦੇਵੇ, ਇਹਨਾਂ ਦਾ ਸਾਥੀ ਨਾ ਬਣੇ, ਇਹਨਾਂ ਦੇ ਨਾਲ ਨਾ ਰਲ ਜਵੇ ਚੋਰਾਂ ਦੇ। ਮਨ ਤੇ ਬਿਨਸੈ ਸਗਲਾ ਭਰਮ। ਹਿਰਦੇ ਦੇ ਚੋਂ ਸਾਰੇ 5 ਪ੍ਰਕਾਰ ਦੇ ਭਰਮ ਜਿਹੜੇ ਨੇ, ਭੇਦ ਪਰਮ ਕਰਤਤ ਪਰਮ ਪੁਨ ਸੰਗ ਪਰਮ ਵਿਕਾਰ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਤਿਆਗ ਦੇਵੇ। ਸਾਰੇ ਭਰਮਾਂ ਨੂੰ ਮਨ ਤੋਂ ਇਹਨਾਂ ਦਾ ਨਾਸ਼ ਕਰ ਦੇਵੇ। ਵਿਸ਼ੇਸ਼ ਕਰਕੇ ਕਰ ਪੂਜੈ ਸਗਲ ਪਾਰ ਬ੍ਰਹਮ। ਸਾਰਿਆਂ ਵਿੱਚ ਪਾਰ ਬ੍ਰਹਮ ਚੇਤਨ ਸਰੂਪ ਦੀ ਜੋਤ ਨੂੰ ਜਾਣ ਕੇ ਉਹਦਾ ਪੂਜਨ ਕਰੇ, ਉਹਨੂੰ ਪੂਜਦਾ ਹੈ। ਪਰ ਉਹਦੇ ਧਿਆਨ ਦੁਆਰਾ, ਧਿਆਨੰ ਸਰਵਤਰ ਰਮਣੋ, ਜਿਹੜਾ ਸਾਰਿਆਂ ਵਿੱਚ ਹੈ ਉਹਦਾ ਹੀ ਧਿਆਨ ਕਰੇ। ਸਾਧ ਸੰਗ ਪਾਪਾ ਮਲ ਖੋਵੈ। ਸਾਧੂਆਂ ਦੀ ਸੰਗਤ ਕਰਕੇ ਪਾਪਾਂ ਦੀ ਮੈਲ ਨੂੰ ਇਹਨੂੰ ਖੋ ਦੇਵੇ, ਨਾਸ਼ ਕਰ ਦੇਵੇ। ਤਿਸ ਭਗਉਤੀ ਕੀ ਮਤ ਊਤਮ ਹੋਵੈ। ਉਸ ਭਗਉਤੀ ਰਾਸ ਧਾਰੀਏ ਦੀ, ਇਸ ਮਤ ਵਾਲਿਆਂ ਦੀ, ਭਗਤੀ ਕਰਨ ਵਾਲੇ ਦੀ ਮਤ ਜਿਹੜੀ ਹੈ ਬੁੱਧੀ ਦਾ ਨਾਮ ਹੈ ਤੇ ਊਤਮ ਨਾਮ ਹੈ ਸ੍ਰੇਸ਼ਟ ਦਾ। ਸ੍ਰੇਸ਼ਟ ਮੰਨੀ ਜਾਂਦੀ ਹੈ, ਉਹਦੀ ਸ੍ਰੇਸ਼ਟ ਹੋਵੈ ਹੋ ਜਾਂਦੀ ਹੈ। ਬੁੱਧੀ ਜਿਹੜੀ ਹੈ ਆਤਮ ਵਿਸ਼ੈਣੀ ਹੋ ਜਾਂਦੀ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਭਗਵੰਤ ਪਰਮੇਸ਼ਰ ਖਟ ਭਗਾਂ ਸਪਨ ਜੋ ਹੈ, ਧਰਮ ਜਸ ਬੈਰਾਗ ਨੂੰ ਅਸਰ ਸ੍ਰੇ ਵਿਗਿਆਨ, ਇਹ ਖਟ ਸਮਾ ਭਗਵਾਨ ਜੋ ਤਾਹੇ ਕਹਿਤ ਭਗਵਾਨ। ਉਹ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਨਿਤਾ ਪ੍ਰਤੀ ਟਹਿਲ ਸੇਵਾ ਕਰਦਾ ਹੈ, ਜਿਹੜਾ ਨਿਤਾ ਪ੍ਰਤੀ ਆਪਣੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਤਨ ਅਰਪੈ ਬਿਸਨ ਪ੍ਰੀਤ। ਉਹ ਭਗਵਾਨ ਦੀ ਟਹਿਲ ਇਹੀ ਹੈ ਜਿਹੜੀਆਂ ਸਤ ਸੰਗਤ ਦੀ ਸੇਵਾ ਕਰਨੀ, ਨਾਮ ਜਪਣ ਵਾਲਿਆਂ ਦੀ ਸੇਵਾ ਕਰਨੀ, ਇਹ ਭਗਵਾਨ ਦੀ ਟਹਿਲ ਨਿਤਾ ਪ੍ਰਤੀ ਕਰਦਾ ਹੈ। ਮਨ ਤੇ ਤਨ ਸਰੀਰ ਕਰਕੇ ਸੇਵਾ ਕਰਦਾ ਹੈ ਤੇ ਪ੍ਰਮਾਤਮਾ ਦੀ ਪ੍ਰੀਤ ਲਗਨ ਵਿੱਚ ਉਹ ਅਰਪਣ ਕੀਤੀ ਹੋਈ ਹੈ। ਜੋ ਵੀ ਜਪ ਤਪ ਕਰਦਾ ਹੈ ਉਹ ਪਰਮੇਸ਼ਰ ਨੂੰ ਹੀ ਅਰਪਣ ਕਰ ਦਿੰਦਾ ਹੈ। ਅਰਪਣਾ ਕਰੇ ਤੇ ਵਿਸ਼ ਤੇ ਅੰਨ, ਇਹਦੇ ਚੋਂ ਵਿਸ਼ਨ ਦੇ ਵਿੱਚੋਂ, ਤੇ ਵਿਸ਼ ਨਾਮ ਵਿਸ਼ਵ ਦਾ ਸੰਸਾਰ ਦਾ, ਅੰਨ ਨਾਮ ਚੇਸ਼ਟਾ ਕਰਨ ਵਾਲਾ ਕੌਣ? ਸੁਆਮੀ ਮਾਲਕ ਪਰਮਾਤਮਾ। ਉਹਦੀ ਪ੍ਰੀਤੀ ਦੇ ਵਿੱਚ ਮਨ ਤੇ ਤਨ ਨੂੰ ਭੇਟਾ ਕਰ ਦੇਵੇ। ਤਨ ਮਨ ਧਨ ਸਭ ਸੌਂਪ ਗੁਰੂ ਕੇ ਹੁਕਮ ਮੰਨਿਆ ਪਾਈਏ।
ਇਸ ਪ੍ਰਕਾਰ ਦਾ ਕਰਤਵ ਕਰੇ। ਹਰ ਕੇ ਚਰਨ ਹਿਰਦੈ ਵਸਾਵੈ। ਵਾਹਿਗੁਰੂ ਦੇ ਜਿਹੜੇ ਚਰਨ ਹਨ, ਚਿੱਤ ਚਰਨ ਨਾਮ ਹੀ ਉਹਦੇ ਚਰਨ, ਸਰਗੁਣ ਸਰੂਪ ਦੇ ਚਰਨ ਵੀ ਹੈ, ਉਹਨੂੰ ਹਿਰਦੇ 'ਚ ਵਸਾਉਣਾ ਕਰੇ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਇਹੋ ਜਿਹਾ ਭਗਉਤੀ ਰਾਸਧਾਰੀਆ ਉਪਾਸਕ ਇਸ ਮਤ ਵਾਲਾ ਉਹ ਪਰਮੇਸ਼ਰ ਨੂੰ, ਪਰਮੇਸ਼ਰ ਦਾ ਉਪਾਸਕ ਭਗਵੰਤ ਪਰਮੇਸ਼ਰ ਕੋ ਪਾਵੇ, ਪਾ ਲੈਂਦਾ ਹੈ। ਉਹ ਭਗਵੰਤ ਨੂੰ ਪਾ ਸਕਦਾ ਹੈ, ਦੂਸਰਾ ਨਹੀਂ। ਇਹ ਜਦੋਂ ਲੱਛਣ ਦੱਸੇ ਫਿਰ ਇੱਕ ਸਿੱਖ ਬੋਲਿਆ, ਕਹਿੰਦੇ ਮਹਾਰਾਜ ਪੰਡਤ ਦੇ ਵੀ ਲੱਛਣ ਕਰ ਦਿਓ। ਪੰਡਤ ਕੌਣ ਹੋ ਸਕਦਾ ਹੈ, ਉਹਦੇ ਲੱਛਣ ਦੱਸੋ। ਤਾਂ ਗੁਰੂ ਉੱਤਰ ਦਿੰਦੇ ਹਨ, ਸੋ ਪੰਡਤ ਜੋ ਮਨ ਪਰ ਬੁੱਧੈ। ਕਹਿੰਦੇ ਭਾਈ ਅਸਲੀ ਪੰਡਤ ਕੌਣ ਹੈ, ਤੇ ਪੰਡਾ ਨਾਮ ਬੁੱਧੀ ਦਾ ਹੁੰਦਾ ਹੈ। ਇਸ ਕਰਕੇ ਪੰਡ ਤੇ ਤੱਤਾ ਜਿਹੜਾ ਹੈ ਉਹ ਤਤ ਵਸਤੂ ਦਾ ਲਿਖਾਇਕ ਹੈ। ਤਤ ਨਾਮ ਸਿਧਾਂਤ ਦਾ ਹੁੰਦਾ ਹੈ, ਜਿਹੜਾ ਸ਼ਾਸਤਰਾਂ ਦੇ, ਵੇਦਾਂ ਦੇ, ਗ੍ਰੰਥਾਂ ਦੇ ਸਾਰੰਸ਼ ਨੂੰ ਜਾਣਦਾ ਹੋਵੇ, ਤੇ ਤਤ ਆਪਣੇ ਸਰੂਪ ਦਾ ਉਹ ਬੋਧ ਹੋਵੇ, ਉਸ ਨੂੰ ਤਤ ਨੂੰ ਜਾਣ ਲਿਆ ਹੋਵੇ, ਆਤਮਿਕ ਸਰੂਪ ਨੂੰ। ਇਸ ਕਰਕੇ ਜਿਸ ਦੀ ਬੁੱਧੀ ਸ਼ਾਸਤਰਾਂ ਦੇ ਜਾਣਨ ਦੇ ਵਿੱਚ ਕੁਸ਼ਲ ਹੋਵੇ, ਉਹ ਪੰਡਤ ਹੈ, ਉਹ ਵਿਦਵਾਨ ਹੈ। ਤੇ ਐਸਾ ਜੋ ਆਪਣੇ ਮਨ ਨਾਮੇ ਅੰਤਸ਼ਕਰਨ ਦਾ, ਤੇ ਆਪਣੇ ਹੀ ਅੰਤਸ਼ਕਰਨ ਨੂੰ ਵਿਸ਼ੇਸ਼ ਕਰਕੇ ਬੋਧੈ ਸਮਝਾਵੇ। ਲੋਕਾਂ ਨੂੰ ਨਾ ਸਮਝਾਉਂਦਾ ਫਿਰ ਇਹ ਪੰਡਤ ਬਣ ਕੇ, ਵਿਸ਼ੇਸ਼ ਕਰਕੇ ਆਪਣੇ ਮਨ ਨੂੰ ਸਮਝਾਵੇ, ਉਹ ਪੰਡਤ ਹੁੰਦਾ ਹੈ, ਉਹ ਵਿਦਵਾਨ ਹੈ। ਰਾਮ ਨਾਮ ਆਤਮ ਮਹਿ ਸੋਧੈ। ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਆਤਮ ਮਨ ਦੇ ਵਿੱਚ ਸੋਧੈ, ਖੋਜਣਾ ਕਰਦਾ ਹੈ। ਜੋ ਰਾਮ ਨਾਮ ਸਾਰ ਰਸ ਪੀਵੈ। ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਸਾਰ ਅਸਲੀ ਤਤ ਰੂਪ ਜਾਣ ਕੇ, ਅਸਲੀ ਤਤ ਰੂਪ ਨਾਮ ਅੰਮ੍ਰਿਤ ਰਸ ਨੂੰ ਪੀਵੇ, ਪੀਣਾ ਕਰੇ। ਅਸਲੀ ਉਹ ਹੈ ਭਾਈ ਪੰਡਤ। ਉਸ ਪੰਡਤ ਕੈ ਉਪਦੇਸ਼ ਜਗ ਜੀਵੈ। ਉਸ ਆਤਮ ਗਿਆਨੀ ਪੰਡਤ ਵਿਦਵਾਨ, ਉਹਦੇ ਉਪਦੇਸ਼ ਕਰਕੇ ਤਾਂ ਸਾਰੇ ਸੰਸਾਰ ਦੇ, ਜਗ ਨਾਮ ਸਾਧ ਸਿੰਘ ਜੀ ਜਗਤ ਹੈ, ਜਗਤ ਦੇ ਵਿੱਚ ਜਿਹੜੇ ਜਗਿਆਸੂ ਨੂੰ, ਜਗ ਨਾਮ ਜਗਤ ਦਾ ਤੇ ਜਗ ਨਾਮ ਜਗਿਆਸੂ ਦਾ ਵੀ, ਉਹ ਜਗਿਆਸੂ ਜਿਹੜੇ ਨੇ ਉਹਦੇ ਉਪਦੇਸ਼ ਨੂੰ ਧਾਰਨ ਕਰਕੇ ਜੀਵ ਜੀਵਨ ਮੁਕਤ ਹੋ ਸਕਦੇ ਹੈ। ਆਪ ਤਾਂ ਜੀਵਨ ਮੁਕਤ ਹੈ ਹੀ ਉਹ। ਇਸ ਕਰਕੇ ਸੰਸਾਰ ਦੇ ਵਿੱਚ ਜਗਿਆਸੂ ਕਿਸੇ ਵੀ ਸੰਸਾਰ ਦੇ ਕੋਨੇ-ਕੋਨੇ ਵਿੱਚੋਂ ਆਵੇ, ਉਹਨੂੰ ਜੀਵਨ ਮੁਕਤ ਕਰ ਸਕਦਾ ਹੈ। ਹਰ ਕੀ ਕਥਾ ਹਿਰਦੈ ਵਸਾਵੈ। ਜੋ ਪਰਮੇਸ਼ਰ ਦੀ ਕਥਾ ਨੂੰ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਵਸਾ ਲਵੇ, ਤੇ ਹਿਰਦੇ ਦੇ ਵਿੱਚ ਵਸਾਉਣ ਦੇ ਨਾਲ ਕਰ ਹਰ ਕਰਮ ਸਰਵਣ ਹਰ ਕਥਾ ਹਰ ਨਾਨਕ ਦਰਗਹਿ ਊਜਲ ਮੱਥਾ, ਉਹਨਾਂ ਦਾ ਦਰਗਾਹ ਦੇ ਵਿੱਚ, ਸੱਚਖੰਡ ਵਿੱਚ ਤੇ ਮੁਖ ਉਜਲੇ ਹੋ ਜਾਂਦੇ ਨੇ। ਇਸ ਕਰਕੇ ਹਰ ਕੀ ਕਥਾ ਹਿਰਦੈ ਵਸਾਵੈ, ਹਿਰਦੇ 'ਚ ਵਸਾਉਣਾ ਕਰੇ। ਪਰਮੇਸ਼ਰ ਦੇ ਜਿਹੜੇ ਸਰੂਪ ਲੱਖਣਾਂ ਵਾਲੀ ਜਾਂ ਤਟਸਥੀ ਲੱਖਣਾਂ ਵਾਲੀ ਕਥਾ ਹੈ, ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੇ। ਜੋ ਕਰਦਾ ਹੈ ਸੋ ਪੰਡਤ ਫਿਰ ਜੋਨ ਨਾ ਆਵੇ। ਉਹ ਹੈ ਭਾਈ ਪੰਡਤ, ਫਿਰ ਮੁੜ ਕੇ ਜੂਨਾਂ ਚ ਤਾਂ ਆਉਂਦਾ ਨਹੀਂ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਵੇਦ ਪੁਰਾਨ ਸਿਮਰਤ ਬੂਝੈ ਮੂਲ। ਫਿਰ ਜੋ ਵੇਦ ਪੁਰਾਣ, ਚਾਰੇ ਵੇਦ ਹੈ, 18 ਪੁਰਾਣ, ਸੁਰਤੀਆਂ ਸਿਮਰਤੀਆਂ, ਇਹਨਾਂ ਦੇ ਵਿੱਚ ਜੋ ਮੂਲ ਮੁੱਢ, ਤੇ ਮੁੱਢ ਵਿੱਚ ਪਰਮਾਤਮਾ ਦਾ ਰੂਪ ਕਥਨ ਹੈ। ਕੋਈ ਵੀ ਐਸਾ ਗ੍ਰੰਥ ਨਹੀਂ ਜਿਹਦੇ ਵਿੱਚ ਮੁੱਢ ਦੇ ਵਿੱਚ ਪਰਮਾਤਮਾ ਦਾ ਸਿੱਧੇ ਤੌਰ ਤੇ ਨਾਮ ਹੈ। ਉਸ ਤਾਂ ਹੀ ਸਮਝਣਾ ਕਰੇ। ਸਿਮਰਤੀਆਂ, ਸ਼ਾਸਤਰਾਂ, ਵੇਦਾਂ ਦਾ ਜੋ ਮੂਲ ਹੈ, ਮੁੱਢ ਦੇ ਵਿੱਚ ਵਾਹਿਗੁਰੂ ਦੀ ਸਿਫਤ ਹੈ, ਉਹਦੇ ਨਾਲ ਜੁੜੇ, ਉਹਨੂੰ ਸਮਝਣਾ ਕਰੇ। ਸੂਖਮ ਮਹਿ ਜਾਣੈ ਅਸਥੂਲ। ਸੂਖਮ ਸਰੂਪ ਦੇ ਵਿੱਚ ਅਸਥੂਲ ਜਗਤ ਨੂੰ ਵਾਹਿਗੁਰੂ ਦਾ ਸਰੂਪ ਹੀ ਜਾਣੇ। ਜਿਹੜਾ ਜਾਣਦਾ ਹੈ ਸੂਖਮ ਸ੍ਰਿਸ਼ਟੀ ਵਿੱਚ, ਸੂਖਮ ਮੈਂ ਜਾਣੇ ਅਸਥੂਲ। ਸੂਖਮ ਦੇ ਜਿਵੇਂ ਹਿਰਨ ਗਰਭ ਸਭ ਦੇ ਸੁਪਨ ਅਵਸਥਾ ਦਾ ਅਭਿਮਾਨੀ ਹੈ, ਅਸਥੂਲ ਜਿਹੜੇ ਆਕਾਰ ਨੇ ਉਹਨਾਂ ਦਾ ਬੈਰਾਟ ਆਕਾਰਾਂ ਦਾ ਅਭਿਮਾਨੀ ਹੈ। ਸੂਖਮ ਤੇ ਬੈਰਾਟ ਦੇ ਤਾਈਂ ਹਿਰਨ ਗਰਭ ਜਾਣਨਾ ਕਰੇ। ਸੂਖਮ ਭਾਵ ਹੈ ਨਿਰਗੁਣ ਸਰੂਪ ਵਿੱਚ ਖੰਡਾਂ ਬ੍ਰਹਮੰਡਾਂ ਦਾ ਪਸਾਰਾ ਜਾਣਨਾ ਕਰਦਾ।
ਅਸਥੂਲ ਜੋ ਸੰਸਾਰ ਅਸਥੂਲ ਹੈ, ਇਹਦੇ ਸੂਖਮ ਰੂਪ ਜੋਤ ਨੂੰ ਜਾਣਨਾ ਕਰਦਾ। ਨਿਰਗੁਣ ਸੂਖਮ ਰੂਪ ਹੈ, ਸਰਗੁਣ ਬੈਰਾਟ ਰੂਪ ਹੈ। ਸੂਖਮ ਅਸਥੂਲ ਤੇ ਦਾ ਮੂਲ ਕਾਰਨ ਦੇਹਾਂ ਵਿੱਚ ਪ੍ਰਕਾਸ਼, ਜਿਹੜਾ ਪ੍ਰਕਾਸ਼ਤਾ ਹੈ, ਉਹਦਾ ਰੂਪ ਪਰਮੇਸ਼ਰ ਵਾਹਿਗੁਰੂ, ਉਸ ਰੂਪ ਨੂੰ ਆਪਣੇ ਤਤ ਸਰੂਪ ਆਤਮਾ ਨੂੰ ਜਾਣਨਾ ਕਰਦਾ। ਜਿਹੜਾ ਅਸਥੂਲ ਸੰਸਾਰ ਵਿੱਚ ਸੂਖਮ ਸਾਰੇ ਦੇਹਾਂ ਦੇ ਵਿੱਚ ਨਿਰਗੁਣ ਤੇ ਸਰਗੁਣ ਰੂਪ ਬੈਰਾਟ ਤੇ ਹਿਰਣਗਰਭਰ ਤੇ ਸੂਤਰ ਰੂਪ ਆਤਮਾ ਰੂਪ ਵਿੱਚ ਇੱਕੋ ਜਿਹਾ ਮੂਲ ਰੂਪ ਨੂੰ ਸਮਝੇ। ਤੇ ਸੂਖਮ ਜੀਵ ਸਾਖੀ ਰੂਪ ਵਿੱਚ ਸਾਰਾ ਬ੍ਰਹਮ ਰੂਪ ਆਪ ਹੀ ਬਣਿਆ। ਤੇ ਇਉਂ ਫਿਰ ਉਹ ਹਰੀ ਵਾਹਿਗੁਰੂ ਦਾ ਜਾਣਨਾ ਜਿਹੜਾ ਕਰਦਾ ਹੈ, ਜੈਸਾ ਕਿ ਆਪੇ ਸੂਖਮ ਆਪੇ ਅਸਥੂਲਾ, ਲਖੀ ਨ ਜਾਈ ਨਾਨਕ ਲੀਲਾ। ਤੇ ਜਿਹੜਾ ਸੂਖਮ ਤੇ ਸੂਖਮ ਹੈ, ਸੂਸ਼ਮ ਤੇ ਸੂਸ਼ਮ ਕਰ ਚੀਨੇ ਬਿਰਤਨ ਬਿਰਤ ਬਤਾਏ, ਐਸਾ ਵਾਹਿਗੁਰੂ ਹੈ। ਸੋ ਵਰਨਾ ਕੋ ਦੇ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ, ਚਾਰੇ ਵਰਨਾਂ ਦੇ ਜੀਵਾਂ ਨੂੰ ਉਪਦੇਸ਼ ਸਿੱਖਿਆ ਦੇਵੇ। ਇਹ ਨਾ ਕਿ ਵੀ ਇਹ ਸ਼ੂਦਰ ਹੈ, ਇਹਨਾਂ ਨੂੰ ਮੈਂ ਸਿੱਖਿਆ ਨਹੀਂ ਦੇਣੀ। ਉਹ ਕਹਿੰਦਾ ਫਿਰ ਇਸ ਤਰ੍ਹਾਂ ਦਾ ਫਿਰ ਤਾਂ ਵਿਦਵਾਨ ਹੀ ਨਾ ਹੋਇਆ, ਤਾਂ ਅੰਦਰ ਦਵੈਸ਼ ਹੈ ਉਹਦੇ। ਸਾਰਿਆਂ ਨੂੰ ਉਪਦੇਸ਼ ਦੇਵੇ। ਨਾਨਕ ਉਸ ਪੰਡਤ ਕੋ ਸਦਾ ਆਦੇਸ਼, ਸਤਿਗੁਰੂ ਜੀ ਕਥਨ ਕਰਦੇ ਨੇ ਉਸ ਪੰਡਤ ਵਿਦਵਾਨ ਨੂੰ ਹਮੇਸ਼ਾ ਭਾਈ ਨਮਸਕਾਰ ਹੈ ਜਿਹਦੀ ਇਹ ਅਵਸਥਾ ਬਣ ਜਵੇ, ਉਹ ਹੈ ਨਮਸਕਾਰ ਕਰਾਉਣ ਦੇ ਯੋਗ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਫਿਰ ਅੱਗੇ ਹੋਰ ਕਿਰਪਾ ਕਰਦੇ ਹਨ। ਬੀਜ ਮੰਤਰ ਸਰਬ ਕੋ ਗਿਆਨ, ਹੁਣ ਪਰਮੇਸ਼ਰ ਦਾ ਜਿਹੜਾ ਗਿਆਨ ਹੈ ਸਮਾਨ ਰੂਪ ਕਰਕੇ ਕਹਿੰਦੇ ਸਾਰਿਆਂ ਨੂੰ ਹੈ। ਬੀਜ ਮੰਤਰ ਇੱਕ ਓੰਕਾਰ, ਇਹ ਮੰਤਰ ਕਰਕੇ ਸਾਰਿਆਂ ਨੂੰ ਗਿਆਨ ਹੋ ਸਕਦਾ ਹੈ। ਜਾਂ ਬੀਜ ਕਾਰਨ ਰੂਪ ਜੋ ਬ੍ਰਹਮ ਹੈ, ਉਹਦੇ ਸਤਨਾਮ ਮੰਤਰ ਕਰਕੇ ਸਾਰਿਆਂ ਨੂੰ ਗਿਆਨ ਹੋ ਸਕਦਾ ਹੈ। ਪਰਮੇਸ਼ਰ ਦੇ ਵਾਹਿਗੁਰੂ ਮੰਤਰ ਕਰਕੇ ਸਾਰਿਆਂ ਨੂੰ ਉਸ ਬ੍ਰਹਮ ਗਿਆਨ ਦਾ ਇਹ ਗੱਫਾ ਪ੍ਰਾਪਤ ਹੋ ਸਕਦਾ ਹੈ, ਬ੍ਰਹਮ ਗਿਆਨ ਹੋ ਸਕਦਾ ਹੈ। ਇਸੇ ਤਰ੍ਹਾਂ ਬੀਜ ਮੰਤਰ ਸਮਾਨ ਮਾਤਰ ਤਾਂ ਸਾਰਿਆਂ ਨੂੰ ਗਿਆਨ ਹੈ। ਨਿੱਕੇ ਜਿਹੇ ਬੱਚੇ ਨੂੰ ਕੁਛ ਕਹੋ ਵੀ ਰੱਬ ਕਿੱਥੇ ਆ, ਉਂਗਲ ਉੱਪਰ ਨੂੰ ਕਰ ਦਿੰਦਾ ਆਕਾਸ਼ ਕਰੀ ਨੂੰ, ਕਹਿੰਦਾ ਉੱਪਰ ਹੈ ਰੱਬ। ਇਹ ਇਸ ਤਰ੍ਹਾਂ ਸਾਰਿਆਂ ਨੂੰ ਹੈ। ਪਰ ਜਿਹੜਾ ਵਿਸ਼ੇਸ਼ ਕਰਕੇ ਗਿਆਨ ਹੋਣਾ, ਵਿਸ਼ੇਸ਼ ਰੂਪ ਹੈ ਜਿਹੜਾ, ਉਹ ਤਾਂ ਗੁਰੂ ਤੋਂ ਬਿਨਾਂ ਨਹੀਂ ਨਾ ਜਾਣ ਹੁੰਦਾ। ਬੀਜ ਮੰਤਰ ਸਰਬ ਕੋ ਗਿਆਨ, ਅੱਗੇ ਦੱਸਦੇ ਨੇ ਚੌਹ ਵਰਨਾ, ਸੋ ਵਰਨਾ ਮਹਿ ਜਪੈ ਕੋ ਨਾਮ। ਚਾਰੇ ਵਰਨਾਂ ਦੇ ਵਿੱਚ ਜਿਹੜਾ ਨਾਮ ਦਾ ਚਿੰਤਨ ਕਰੇਗਾ, ਉਹਨੂੰ ਵਿਸ਼ੇਸ਼ ਕਰਕੇ ਪ੍ਰਤੱਖ ਗਿਆਨ ਜਿਹੜਾ ਹੈ, ਅਪਰੋਕਸ਼ ਬ੍ਰਹਮ ਗਿਆਨ ਦੁਆਰਾ ਆਪਣੀ ਆਤਮਾ ਨੂੰ, ਉਹਦੀ ਆਤਮਾ ਦੀ ਲਖਤਾ ਕਰ ਲੈਂਦਾ ਹੈ, ਸਾਖਸ਼ਾਤ ਕਰ ਲੈਂਦਾ ਹੈ। ਚਾਰੇ ਵਰਨਾਂ ਦੇ ਵਿੱਚ ਕੋਈ ਵੀ ਨਾਮ ਜਪੇ, ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਨੂੰ। ਜੋ ਜੋ ਜਪੈ ਤਿਸ ਕੀ ਗਤ ਹੋਏ, ਜਿਹੜਾ ਜਿਹੜਾ ਵੀ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਉਸ ਦੀ ਗਤ ਕਲਿਆਣ ਹੋ ਜਾਂਦੀ ਹੈ। ਸਾਧ ਸੰਗ ਪਾਵੈ ਜਨ ਕੋਇ, ਸ੍ਰੇਸ਼ਟ ਮਹਾਪੁਰਸ਼ਾਂ ਦੀ ਸੰਗਤ, ਸਤ ਸੰਗਤ ਕੋਈ ਬਿਰਲਾ ਹੀ ਹੈ ਭਾਈ। ਸਾਧ ਸੰਗ ਪਾਵੈ ਜਨ ਕੋਇ, ਕੋਈ ਪੁਰਖ ਪਾਉਂਦਾ ਹੈ, ਹਰ ਇੱਕ ਨਹੀਂ ਪਾ ਸਕਦਾ। ਸਤ ਸੰਗਤ ਸਾਰੇ ਨਹੀਂ ਕਰ ਸਕਦੇ, ਭਾਵੇਂ ਪਤਾ ਹੀ ਹੈ ਸਾਰਿਆਂ ਨੂੰ ਵੀ ਸਤ ਸੰਗਤ ਕਰਨੀ ਚੰਗੀ ਹੈ। ਕੋਈ ਬਿਰਲਾ ਹੀ ਜਨ ਪੁਰਖ ਹੈ ਨਾਮ ਨੂੰ ਪਾਵੇ, ਪ੍ਰਾਪਤ ਕਰ ਸਕਦਾ। ਪਹਿਲਾਂ ਸਤ ਸੰਗਤ ਪ੍ਰਾਪਤ ਹੋਊਗੀ, ਫਿਰ ਨਾਮ ਪ੍ਰਾਪਤ ਹੋਊਗਾ। ਉਹ ਬਿਰਲੇ ਹਨ ਬਿਰਲੇ, ਤੇ ਬਹੁਤੇ ਨਹੀਂ ਹੈ, ਨਾ ਹੀ ਘਣੇ ਫੈਲ ਫੱਕੜ ਸੰਸਾਰ, ਬਹੁਤੇ ਨਹੀਂ ਹਨ। ਕਰ ਕਿਰਪਾ ਅੰਤਰ ਉਰ ਧਾਰੈ, ਤੇ ਜਿਨ੍ਹਾਂ ਤੇ ਹਰੀ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰ ਲੈਂਦੇ ਨੇ। ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਹੋ ਗਿਆ, ਉਹ ਨਾਮ ਉਹਨਾਂ ਦੇ, ਜਿਵੇਂ ਆਪਾਂ ਅੰਮ੍ਰਿਤ ਧਾਰੀ, ਅੰਮ੍ਰਿਤ ਛਕਿਆ, ਫਿਰ ਕਹਿੰਦੇ ਕਿਰਪਾਨ ਧਾਰੀ, ਕਿਰਪਾਨ ਧਾਰਨ ਕੀਤੀ ਹੋਈ ਹੈ, ਕਕਾਰ ਧਾਰੀ, ਕਕਾਰ ਧਾਰਨ ਕੀਤੇ ਹੋਏ, ਉਹ ਫਿਰ ਨਾਮ ਨੂੰ ਧਾਰਨ ਕਰ ਲੈਂਦਾ ਹੈ। ਇਸ ਪ੍ਰਕਾਰ ਫਿਰ ਦੱਸਦੇ ਨੇ, ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਜੋ ਨਾਮ ਐਸਾ ਵਰਕਤਾਂ ਵਾਲਾ ਵਾਹਿਗੁਰੂ ਦਾ, ਪਸ਼ੂਆਂ ਨੂੰ, ਪ੍ਰੇਤਾਂ ਨੂੰ, ਮੁਗਧ ਬੇਸਮਝਾਂ ਨੂੰ, ਪੱਥਰ ਜਿਹੜੇ ਨੇ, ਪਾਥਰ ਨਾਮ ਪੱਥਰ ਦਾ, ਪੱਥਰਾਂ ਨੂੰ ਤਾਰ ਦਿੰਦਾ ਹੈ। ਭਾਵ ਕੀ ਹੈ, ਪੱਥਰ ਵਰਗੇ ਭੈੜੇ ਸੁਭਾਅ ਵਾਲੇ ਪੁਰਸ਼ਾਂ ਨੂੰ ਵੀ ਤਾਰ ਦਿੰਦਾ ਹੈ, ਪ੍ਰਤੱਖ ਵੀ ਪੱਥਰਾਂ ਨੂੰ ਤਾਰ ਦਿੰਦਾ ਹੈ, ਪ੍ਰਤੱਖ ਵੀ ਪਸ਼ੂਆਂ ਨੂੰ ਤਾਰ ਦਿੰਦਾ ਹੈ, ਤੇ ਪਸ਼ੂਆਂ ਵਰਗੀ ਬਿਰਤੀ ਵਾਲਿਆਂ ਨੂੰ ਵੀ ਤਾਰ ਲੈਂਦਾ ਹੈ।
ਪ੍ਰਤੱਖ ਪ੍ਰੇਤਾਂ ਦਾ ਉਦਾਹਰ ਵੀ ਕਰਦਾ ਹੈ, ਤੇ ਪ੍ਰੇਤ ਵਰਗੀ ਬੇਤੀ ਕਹਿੰਦੇ ਇਹ ਤਾਂ ਫਲਾਣਾ ਦਾ ਪ੍ਰੇਤ ਹੀ ਹੈ। ਜੇ ਪ੍ਰੇਤ ਹੁੰਦਾ ਤਾਂ ਹੀ ਪ੍ਰਮਾਣ ਦਿੱਤਾ, ਜੇ ਦੇਵਤੇ ਹੁੰਦੇ ਤਾਂ ਦੇਵਤਿਆਂ ਦਾ ਪ੍ਰਮਾਣ ਦਿੱਤਾ ਹੈ। ਮੁਗਧ ਬੇਸਮਝ ਉਹ ਸਾਰੇ ਕਠੋਰ ਚਿਤ ਵਾਲਿਆਂ ਨੂੰ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ, ਐਸਾ ਪਰਮੇਸ਼ਰ ਹੈ ਜੋ ਸਾਰਿਆਂ ਨੂੰ ਇਸ ਉਹਦੇ ਨਾਮ ਨੂੰ ਜਪਣ ਕਰਕੇ ਸਾਰੇ ਤਰ ਜਾਂਦੇ ਨੇ। ਸਰਬ ਰੋਗ ਕਾ ਔਖਦ ਨਾਮ, ਸਾਰੇ ਮਾਨਸਿਕ ਤੇ ਸਰੀਰਕ, ਸਰੀਰ ਦੇ ਜਵਾਇਕ ਰੋਗ ਆਦਿ ਨਿਵਾਈ ਦੇ ਰੋਗ, ਇਹਨਾਂ ਦਾ ਨਾਮ ਹੀ ਔਖਦ ਦਾਰੂ ਹੈ। ਕਲਿਆਣ ਤਾਂ ਮੁਕਤੀ ਤਾਂ ਨਾਮ ਨੇ ਕਰਨੀ ਹੈ। ਇਸ ਕਰਕੇ ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਦੀ ਔਸ਼ਧੀ ਨਾਮ ਹੈ। ਕਲਿਆਣ ਰੂਪ ਮੰਗਲ ਗੁਣ ਗਾਵ, ਕਲਿਆਣ ਮੁਕਤ ਰੂਪ ਪਰਮੇਸ਼ਰ ਦੇ ਗੁਣਾਂ ਨੂੰ ਮੰਗਲ ਆਨੰਦ ਸਹਿਤ ਗਾਮ ਗਾਉਣਾ ਕਰੋ। ਪਰਮੇਸ਼ਰ ਦਾ ਨਾਮ ਕਲਿਆਣ ਮੁਕਤ ਕਰਨ ਵਾਲਾ ਹੈ। ਜੋ ਗੁਣ ਗਾਮ ਗਾਉਂਦਾ ਹੈ ਤੇ ਉਹਨਾਂ ਨੂੰ ਮੰਗਲ ਆਨੰਦ ਭਾਵ ਪ੍ਰਸੰਨ ਕਰਨ ਵਾਲਾ ਹੈ। ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਕਿਸੇ ਤਰੀਕੇ ਨਾਲ ਵੀ ਕਿਸੇ ਧਰਮ ਕਰਕੇ ਪਰਮੇਸ਼ਰ ਦਾ ਨਾਮ ਪਾਈਏ ਪ੍ਰਾਪਤ ਨਹੀਂ ਹੁੰਦਾ, ਨਾ ਪਾਈਏ ਨਹੀਂ ਪ੍ਰਾਪਤ ਹੁੰਦਾ ਹੈ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਤੇ ਜਿਨ੍ਹਾਂ ਦੇ ਧੁਰਾਂ ਤੋਂ ਹੀ ਕਰਮ ਐਸਾ ਲਿਖਿਆ ਭਾਈ ਉਹ ਪ੍ਰਾਪਤ ਕਰਦੇ। ਗੁਰਸਿੱਖਾਂ ਦਾ ਜੀਵਨ ਧਰਮ ਦਾ ਨਾਮ, ਇਹ ਉਹਨਾਂ ਦਾ ਜੀਵਨ ਹੀ ਧਰਮ ਦਾ ਨਾਮ ਹੀ ਹੈ। ਜਿਹੜਾ ਨਾਮ ਹੈ ਇਹੀ ਸਭ ਤੋਂ ਵੱਡਾ ਧਰਮ ਹੈ। ਕਾਹੋ ਕਿਸੇ ਹੋਰ ਜੁਗਤ ਤਰੀਕੇ ਦੇ ਕਿਸੇ ਪਾਸੋਂ ਨਹੀਂ ਪਾਈਆ ਪਾਈ ਦਾ। ਸਤਿਗੁਰੂ ਜੀ ਕਥਨ ਕਰਦੇ ਆ, ਨਾਨਕ ਤਿਸ ਮਿਲਿਆ, ਪੜ੍ਹਦੇ ਹੋ ਜੀ ਇੱਕ ਵਾਰੀ ਫਿਰ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਸਤਿਗੁਰੂ ਜੀ ਕਥਨ ਕਰਦੇ ਆ, ਤਿਸ ਉਸ ਨੂੰ ਨਾਮ ਦੀ ਦਾਤ ਮਿਲਦੀ ਹੈ। ਧੁਰ ਮੁੱਢ ਤੋਂ ਹੀ ਮੱਥੇ ਤੇ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੋਵੇ, ਪਿਛਲੇ ਜਨਮਾਂ ਤੇ ਨਿਸ਼ਕਾਮ ਕਰਮ ਕੀਤਾ ਹੋਵੇ ਤੇ ਉਹਦੇ ਪ੍ਰੇਰੇ ਹੋਏ ਈਸ਼ਵਰ ਨੇ ਫਿਰ ਇਹ ਪ੍ਰਾਪਤੀ ਦਾ ਕਰਮ ਲਿਖ ਦਿੱਤਾ ਹੋਵੇ, ਉਹਨੂੰ ਮਿਲਦਾ। ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ, ਤੇ ਇਸ ਤਰ੍ਹਾਂ ਫਿਰ ਇੱਕ ਸਾਧ ਜੀ ਮਤ ਹੋਰ ਸੀ, ਉਹਦੇ ਬਾਰੇ ਗੁਰਸਿੱਖਾਂ ਨੇ ਪੁੱਛਿਆ। ਉਹ ਰਾਮਦਾਸ ਜੀ ਕਹਾਉਂਦੇ ਆ। ਇੱਕ ਤਾਂ ਹੈ ਨਾ ਜਿਹੜਾ ਭਗਤ ਰਵਿਦਾਸ ਜੀ ਦੀ ਫੁਲਵਾੜੀ ਨੂੰ ਕਹਿਣ ਲੱਗ ਪਏ, ਇਹ ਪੁਰਾਣਾ ਇੱਕ ਭੇਖ ਹੈ। ਰਾਮਦਾਸ ਜੀ ਕਹਾਉਂਦੇ ਨੇ, ਇੰਨਾ ਕੁ ਫਰਕ ਹੈ। ਤੇ ਮਹਾਰਾਜ ਉਹਦੇ ਬਾਰੇ ਦੱਸੋ। ਮਹਾਰਾਜ ਕਹਿੰਦੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ। ਦੁਬਾਰੇ ਬੋਲੋ ਜੀ ਇਹਨੂੰ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਜਿਹਦੇ ਮਨ ਅੰਤਸ਼ਕਰਨ ਵਿੱਚ ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਪਾਰ ਹੈ, ਬ੍ਰਹਮ ਵਿਆਪਕ ਪਰਮੇਸ਼ਰ, ਉਹਦਾ ਨਾਮ ਨਿਵਾਸ ਕਰਦਾ ਹੈ, ਭਾਵ ਨਾਮ ਹਿਰਦੇ ਟਿਕਿਆ ਹੋਇਆ ਹੈ। ਜਿਸ ਕਾ ਨਾਮ ਸਤ ਰਾਮਦਾਸ, ਤੇ ਭਾਈ ਤਿਸ ਉਹਦਾ ਨਾਮ ਸਤ ਨਿਸ਼ਚੈ ਕਰਕੇ ਰਾਮ ਦਾ ਦਾਸ ਸੇਵਕ ਹੈ। ਤੇ ਦੂਸਰਾ ਪਾਠ ਭਾਈ, ਇਹ ਦੋ ਪਾਠ ਹੈ, ਰਾਮ ਤੇ ਦਾਸ ਅਲੱਗ-ਅਲੱਗ ਮੁੱਖ ਪਾਠ ਹੈ। ਰਾਮਦਾਸ ਇਹ ਇਕੱਠਾ ਪਾਠ, ਦੂਸਰਾ ਪਾਠ ਜਾਣਨਾ। ਰਾਮਦਾਸ ਨੂੰ ਮੰਨਣ ਵਾਲਾ ਇੱਕ ਜਿਹੜਾ ਪੰਥ ਹੈ, ਉਹ ਕੀ ਕਰਦਾ, ਪੈਰਾਂ 'ਚ ਘੁੰਗਰੂ ਬੰਨ੍ਹ ਕੇ ਮੰਦਰਾਂ ਦੇ ਵਿੱਚ ਨੱਚਦੇ ਹੁੰਦੇ ਆ। ਉਹ ਰਾਮਦਾਸ ਨੂੰ ਮੰਨਣ ਵਾਲੇ ਇਸ ਤਰ੍ਹਾਂ ਭੇਖ ਹੈ। ਕਹਿੰਦੇ ਭਾਈ ਅਸਲ ਤਾਂ ਉਹ ਹੈ ਜਿਹੜਾ ਹਿਰਦੇ 'ਚ ਨਾਮ ਨੂੰ ਵਸਾਵੇ, ਨੱਚਿਆ ਟੱਪਿਆ ਭਗਤ ਨਾ ਹੋਏ, ਇਹ ਨਹੀਂ ਭਗਤੀ ਹੈ। ਆਤਮ ਰਾਮ ਤਿਸ ਨਦਰੀ ਆਇਆ, ਤੇ ਤਿਸ ਉਸ ਨੂੰ ਸਾਰਿਆਂ ਵਿੱਚ, ਜੀਵ ਆਤਮਾ ਵਿੱਚ, ਸਾਰਿਆਂ ਜੀਵ ਆਤਮਾ ਵਿੱਚ ਸਾਖੀ ਰੂਪ ਪਰਮੇਸ਼ਰ ਨਦਰੀ ਦ੍ਰਿਸ਼ਟੀ ਆਇਆ ਹੈ ਕਿ ਇੱਕੋ ਹੀ ਬ੍ਰਹਮ ਹੈ ਸਾਰੇ। ਦਾਸ ਦਸੰਤਨ ਭਾਏ ਤਿਨ ਪਾਇਆ, ਤਿਨ ਉਹਨਾਂ ਨੇ ਦਸੰਤਨ ਦਾਸਾਂ ਦੇ ਦਾਸ ਵਿੱਚ ਭਾਏ ਪ੍ਰੇਮ ਕਰਨਾ ਪਾਇਆ ਹੈ। ਦਾਸਾਂ ਦਾ ਵੀ ਦਾਸ ਪੁਣਾ ਦਸੰਤਨ ਦੱਸਿਆ ਵੀ ਦਾਸਾਂ ਦੇ ਦਾਸ ਹੈ। ਐਸੀ ਪ੍ਰੇਮ ਭਾਵਨਾ ਕਰਕੇ ਉਹਨਾਂ ਨੇ ਪਰਮੇਸ਼ਰ ਨੂੰ ਤਿੰਨ ਪਾਇਆ, ਉਹਨਾਂ ਨੇ ਪਾਇਆ ਹੈ। ਸਦਾ ਨਿਕਟ ਨਿਕਟ ਹਰ ਜਾਨ, ਜੋ ਉਸ ਹਰੀ ਵਾਹਿਗੁਰੂ ਨੂੰ ਸਦਾ ਹਮੇਸ਼ਾ ਨਿਕਟ ਨੇੜੇ ਤੋਂ ਨਿਕਟ ਨੇੜੇ ਜਾਣਦਾ ਹੈ, ਜਾਣਨਾ ਕਰਦਾ ਹੈ। ਜੈਸਾ ਕਿ ਹੈ ਨਿਕਟ ਅਰ ਭੇਦ ਨਾ ਪਾਇਆ, ਹੈ ਤਾਂ ਨੇੜੇ ਪਰ ਭੇਦ ਨਹੀਂ ਪਾਇਆ ਉਸ ਦਾ। ਤੇ ਉਹ ਪਰਮੇਸ਼ਰ ਨੂੰ
ਤੇ ਨੇੜੇ ਤੋਂ ਨੇੜੇ ਕਰਕੇ ਜਾਣਦਾ ਜੋ। ਸੋ ਦਾਸ ਦਰਗਹਿ ਪਰਬਾਨ। ਉਹ ਦਾਸ ਪਰਲੋਕ ਵੀ ਸੱਚਖੰਡ ਵਿੱਚ ਪ੍ਰਵਾਨ ਪ੍ਰਮਾਣਿਕ ਹੋ ਗਿਆ, ਉਹਦਾ ਹੀ ਘਾਲਣਾ ਥਾਂ ਪੈ ਗਈ ਹੈ। ਆਪਣੇ ਦਾਸ ਕੋ ਆਪ ਕਿਰਪਾ ਕਰੈ। ਜਿਸ ਆਪਣੇ ਦਾਸ ਨੂੰ ਵਾਹਿਗੁਰੂ ਆਪੇ ਕਿਰਪਾ ਦ੍ਰਿਸ਼ਟੀ ਕਰ ਦੇਵੇ, ਜਿਸ ਦਾਸ ਕੋ ਸਭ ਸੂਝੀ ਪਰੈ। ਉਸ ਦਾਸ ਸੇਵਕ ਨੂੰ ਸਭ ਸਾਰੀ ਪਰਮਾਰਥ ਦੀ ਸੋਝੀ ਪਰੈ ਪੈ ਜਾਂਦੀ ਹੈ। ਉਸ ਨੂੰ ਸਭ ਸੋਝੀ ਪਰੈ, ਸਭ ਸਾਰਿਆਂ ਦੇ ਵਿੱਚ ਬ੍ਰਹਮਾਕਾਰ ਦ੍ਰਿਸ਼ਟੀ ਰੂਪ ਸੋਝੀ ਪੈ ਜਾਂਦੀ ਹੈ। ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਨੂੰ ਦੇਖਣ ਲੱਗ ਜਾਂਦਾ ਹੈ। ਬ੍ਰਹਮ ਗਿਆਨ ਦੀ ਸੋਝੀ ਅਕਲ, ਸੂਝ ਬੂਝ ਬ੍ਰਹਮ ਗਿਆਨ ਦੀ ਉਹਨੂੰ ਭਰੈ ਪੈ ਜਾਂਦੀ ਹੈ। ਸਗਲ ਸੰਗ ਆਤਮ ਉਦਾਸ। ਸਰੀਰ ਕਰਕੇ ਸਗਲ ਸਾਰਿਆਂ ਸੰਬੰਧੀਆਂ ਸੰਸਾਰ ਸੰਗ ਨਾਲ ਰਹਿੰਦਾ ਹੋਇਆ ਵੀ ਆਤਮ ਮਨ ਕਰਕੇ ਉਦਾਸ ਉਪਰਾਮ ਰਹਿੰਦਾ ਹੈ ਕਿ ਸੰਸਾਰ ਨਾਸਬਾਨ ਹੈ। ਉਹਦਾ ਇਸ ਪ੍ਰਕਾਰ ਦਾ ਸੁਭਾਅ ਬਣ ਜਾਂਦਾ ਹੈ। ਐਸੀ ਜੁਗਤ ਨਾਨਕ ਰਾਮਦਾਸ। ਸਤਿਗੁਰੂ ਜੀ ਕੈਸਨ ਕਰਦੇ, ਐਸੀ ਜੁਗਤੀ ਵਾਲਾ ਰਾਮਦਾਸ ਉਹ ਪਰਮੇਸ਼ਰ ਦਾ ਸੇਵਕ ਹੈ। ਉਹ ਰਮੇ ਹੋਏ ਰਾਮ ਦਾ ਦਾਸ ਸੇਵਕ, ਉਹ ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਦਾਸ ਕਿਹਾ ਜਾਂਦਾ ਹੈ। ਰਾਮ ਰਮੇ ਹੋਏ ਪਰਮੇਸ਼ਰ ਦਾ ਦਾਸ, ਉਹ ਦਾਸ ਕਹਾ ਸਕਦਾ ਹੈ। ਬਾਕੀ ਇਹ ਰਾਮਦਾਸੀ ਕਹਾਉਣ ਵਾਲੇ ਜਿਹੜਾ ਇੱਕ ਘੁੰਗਰੂ ਬਣ ਕੇ ਨੱਚਦੇ ਹੈ ਭਾਈ, ਇਹਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਉਂ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ ਹੈ। ਐਸੇ ਲੱਛਣ ਦੱਸਦੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ ਜੋ ਆਪ ਜੀ ਨੇ ਸੁਣਿਆ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਤੇ ਫਿਰ ਮਹਾਰਾਜ ਸਾਹਿਬ ਨੂੰ ਪੁੱਛਿਆ, ਮਹਾਰਾਜ ਜੀ ਜੀਵਨ ਮੁਕਤੀ ਵਾਲੇ ਕੌਣ ਹੈ, ਉਹਨਾਂ ਦੀ ਬਾਬਤ ਦੱਸੋ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਆਗਿਆ ਰਜਾ, ਜਿਹੜਾ ਆਤਮ ਮਨ ਦੇ ਵਿੱਚ ਹਿਤਾਵ ਹੈ, ਭਾਉਂਦੀ ਹੈ, ਜਿਨ੍ਹਾਂ ਨੂੰ ਚੰਗੀ ਲੱਗਦੀ ਹੈ, ਭਾਣਾ ਮਿੱਠਾ ਲੱਗਦਾ ਜਿਨ੍ਹਾਂ ਨੂੰ। ਜੀਵਨ ਮੁਕਤ ਸੋ ਕਹਾਵੈ। ਉਹੀ ਪੁਰਖ ਜੀਵਨ ਮੁਕਤ ਜਿਉਂਦਾ ਮੁਕਤ ਕਹਾਵੈ ਕਹਾ ਸਕਦਾ ਹੈ। ਜੀਵਨ ਮੁਕਤ ਕੌਣ ਹੈ? ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਤੇ ਇਸ ਪ੍ਰਕਾਰ ਜਿਹਦੀ ਹੰਗਤਾ ਮਰ ਗਈ, ਨਾਮ ਹਿਰਦੇ ਵਿੱਚ ਬਸਦਾ ਹੈ ਤੇ ਉਹ ਜੀਵਨ ਮੁਕਤ ਕਹਾ ਸਕਦਾ ਹੈ। ਉਹਨੂੰ ਕਿਹਾ ਜਾਂਦਾ ਹੈ ਤੈਸਾ ਹਰਖ ਤੈਸਾ ਉਸ ਸੋਗ। ਤੈਸਾ ਜਿਹੋ ਜਿਹਾ ਹਰਖ ਪ੍ਰਸੰਨਤਾ, ਤੈਸਾ ਉਹੋ ਜਿਹੀ ਸੋਗ ਗਮ। ਇਹ ਦੋਨੇ ਇੱਕੋ ਜੀ ਅਤ ਦਰਜੇ ਦੀ। ਕੋਈ ਸੰਬੰਧੀ ਦੀ ਮੌਤ ਹੋ ਗਈ, ਉਹਦੇ ਵਿੱਚ ਵੀ ਉਸ ਤਰ੍ਹਾਂ ਦੀ ਬਿਰਤੀ ਰਹੇ। ਜਦੋਂ ਘਰ ਦੇ ਵਿੱਚ ਪੁੱਤਰ ਜੰਮਿਆ, ਉਸ ਵੇਲੇ ਵੀ ਅਵਸਥਾ ਇੱਕੋ ਜਿਹੀ ਰਹੇ, ਨਾਮ ਹੀ ਜਪਦਾ ਰਹੇ। ਉਹਨੂੰ ਆਵਤ ਹਰਖ ਨਾ ਜਾਵਤ ਦੁੱਖ ਹੈ, ਨਾ ਵਿਆਪੈ ਮਨ ਸੋਗ ਨਹੀਂ। ਇਹ ਅਵਸਥਾ ਉਹਨਾਂ ਦੀ ਇਸ ਤਰ੍ਹਾਂ ਦੀ ਬਣ ਜਾਵੇ। ਸੋਗ ਗਮਾਂ ਦੀ ਅਵਸਥਾ ਦੋਨਾਂ ਤੋਂ ਇੱਕੋ ਜਿਹੀ ਜਾਣਦਾ ਹੈ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ। ਇਹ ਉਹਨਾਂ ਦੀ ਭਾਵਨਾ ਬਣ ਜਾਂਦੀ ਹੈ। ਸਦਾ ਆਨੰਦ ਤਹ ਨਹੀਂ ਵਿਯੋਗ। ਉਹ ਹਮੇਸ਼ਾ ਹੀ ਆਨੰਦ ਰਹਿੰਦੇ ਨੇ। ਐਸੇ ਜਿਹੜੇ ਹਨ ਕਦੇ ਵੀ ਪਰਮੇਸ਼ਰ ਦੇ ਵਿਯੋਗ ਵਿਛੋੜਾ ਨਹੀਂ ਹੁੰਦਾ ਉਹਨਾਂ ਨੂੰ। ਉਹ ਤਾਂ ਫਿਰ ਪਰਮੇਸ਼ਰ ਦੇ ਨਾਲ ਜੁੜੇ ਹੀ ਰਹਿੰਦੇ ਨੇ ਤੇ ਕਦੇ ਵੀ ਉਹਨਾਂ ਨੂੰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਐਸੀ ਅਵਸਥਾ ਹੈ ਉਹਨਾਂ ਦੀ। ਤੈਸਾ ਸਵਰਨ ਤੈਸੀ ਉਸ ਮਾਟੀ। ਉਹਨਾਂ ਦੀ ਸੁਰਤ ਸਮ ਹੋ ਜਾਂਦੀ ਹੈ, ਬਰਾਬਰ ਹੋ ਜਾਂਦੀ ਹੈ। ਉਹਨਾਂ ਨੂੰ ਤੈਸਾ ਉਹੋ ਜਿਹੀ ਸਵਰਨ ਸੋਨਾ, ਉਹਨੂੰ ਕੋਈ ਬਹੁਤਾ ਕੀਮਤੀ ਨਹੀਂ ਜਾਣਦੇ। ਤੈਸੀ ਉਹੋ ਜਿਹੀ ਉਹਨਾਂ ਨੂੰ ਮਾਟੀ ਮਿੱਟੀ ਵੀ ਉਸ ਤਰ੍ਹਾਂ ਦਿਸਦੀ ਹੈ। ਤੈਸਾ ਸਵਰਨ ਤੈਸੀ ਉਸ ਵਾਰ, ਜਿਹਾ ਜਿਹਾ ਸੋਨਾ ਉਹੀ ਜਿਹੀ ਮਿੱਟੀ, ਮਿੱਟੀ ਚੋਂ ਨਿਕਲਦਾ ਸੋਨਾ ਵੀ। ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਮਨ ਤੇ ਪ੍ਰਭਾਵ ਨਹੀਂ ਪੈਂਦਾ। ਇੱਕ ਬਰਾਬਰ ਹੋ ਗਈ ਹੈ। ਸੋਨੇ ਦੀ ਪ੍ਰਾਪਤੀ ਦਾ ਲਾਲਚ ਨਹੀਂ ਰਿਹਾ ਤੇ ਮਿੱਟੀ ਤੋਂ ਨਫ਼ਰਤ ਨਹੀਂ ਰਹੀ। ਬੁੱਧੀ ਰਾਗ ਦਵੈਸ ਤੋਂ ਉੱਪਰ ਹੋ ਗਈ ਹੈ। ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਉਹਨੂੰ ਤੈਸਾ ਉਹੋ ਜਿਹੀ ਅੰਮ੍ਰਿਤ ਹੈ ਦੇਵਤਿਆਂ ਦਾ ਜਿਹੜਾ, ਤੈਸੀ ਉਹੋ ਜਿਹੀ ਖਾਟੀ ਕੌੜੀ ਜਿਹੜੀ ਹੈ ਵਿਖ ਜ਼ਹਿਰ, ਇੱਕੋ ਤਰ੍ਹਾਂ ਦੀ ਹੋ ਜਾਂਦੀ ਹੈ। ਦੇਵਤਿਆਂ ਦਾ ਲਿਆ ਕੇ ਕੋਈ ਅੰਮ੍ਰਿਤ ਪਿਲਾ ਦੇਵੇ ਉਹ ਬਹੁਤੇ ਪ੍ਰਸੰਨ ਨਹੀਂ ਹੁੰਦੇ। ਕੋਈ ਕੌੜੀ ਜ਼ਹਿਰ ਪਿਲਾ ਦੇਵੇ ਉਹਨੂੰ ਵੀ ਇੱਕ ਸਮਾਨ ਸਮਝ ਕੇ ਪੀ ਲੈਂਦੇ। ਜਿਸ ਤਰ੍ਹਾਂ ਸਾਸੀ ਮੀਰਾਬਾਈ ਸੀ, ਰੱਬ ਦੀ ਪੂਰੀ ਭਗਤਣੀ ਸੀ, ਉਹਦੇ ਜੇਠ ਨੇ ਲਿਆ ਕੇ ਜ਼ਹਿਰ ਪਿਆਤੀ ਸੀ ਉਹਨੂੰ।
ਉਹ ਖਾਣੇ ਤੇ ਜ਼ਹਿਰ ਘੋਲ ਦਿੱਤੀ, ਉਹ ਭੋਗ ਲਵਾਇਆ ਭਗਵਾਨ ਨੂੰ, ਸ਼ਕਲ ਹੀ ਕੋਈ ਜ਼ਹਿਰ ਦਾ ਅਸਰ ਹੀ ਨਹੀਂ ਹੋਇਆ। ਜ਼ਹਿਰ ਤੇ ਅੰਮ੍ਰਿਤ ਰੂਪ ਭੋਜਨ ਇੱਕੋ ਜਿਹੇ ਹੋ ਗਏ। ਮੀਰਾਬਾਈ ਦੀ ਪ੍ਰਤੱਖ ਮਿਸਾਲ ਹੈ। ਸਾਡੇ ਸਿੱਖ ਜਗਤ ਦੇ ਵਿੱਚ ਮਹਾਂਪੁਰਸ਼ ਸੰਤ ਬਾਬਾ ਆਇਆ ਸਿੰਘ ਜੀ ਹੋਏ ਹੋਤੀ ਮਰਦਾਨ ਵਾਲਿਆਂ ਨੂੰ, ਉਹਨਾਂ ਦੇ ਸੇਵਕ ਨੇ ਮਹੰਤੀ ਦੇ ਲਾਲਚ ਵਿੱਚ ਦੁੱਧ ਵਿੱਚ ਜ਼ਹਿਰ ਪਾ ਕੇ ਲੈ ਆਂਦੀ। ਮਹਾਂਪੁਰਖ ਦੇਖ ਕੇ ਹੱਸ ਪਏ। ਸੰਤ ਬਾਬਾ ਆਇਆ ਸਿੰਘ ਜੀ ਹੱਸ ਕੇ ਕਹਿੰਦੇ, ਪ੍ਰੇਮੀਆਂ ਤੂੰ ਹੀ ਪੀ ਲੈ। ਕਹਿੰਦਾ, ਨਹੀਂ ਮਹਾਰਾਜ, ਬਹੁਤ ਸ਼ਰਧਾ ਨਾਲ ਤੁਹਾਡੇ ਵਾਸਤੇ ਲੈ ਕੇ ਆਇਆ। ਸੰਤ ਹੱਸ ਕੇ ਪੀ ਗਏ, ਵਾਹਿਗੁਰੂ ਦਾ ਨਾਮ ਲੈ ਕੇ, ਅਸਰ ਹੀ ਨਹੀਂ ਹੋਇਆ। ਉਹ ਕਹਿਣ ਲੱਗਾ ਵੀ ਬੜੀ ਤਾਂ ਸਿਰ ਦੀ ਬਾਤ ਹੈ। ਫਿਰ ਉਹਨੇ ਕਿਹਾ ਵੀ ਜ਼ਹਿਰ 'ਚ ਕੋਈ ਨੁਕਸ ਹੋਣਾ। 2 ਵਾਰ ਫੇਰ ਲੈ ਕੇ ਆਇਆ, ਸਮਾਂ ਲੰਘੇ ਤੋਂ ਬਾਅਦ। ਸੰਤਾਂ ਨੇ ਫੇਰ ਕਿਹਾ ਤੂੰ ਪੀ ਲੈ। ਕਹਿੰਦੇ, ਨਹੀਂ ਮਹਾਰਾਜ, ਤੁਹਾਡੇ ਵਾਸਤੇ ਆਇਆ। ਫੇਰ ਹੱਸ ਕੇ ਪੀ ਗਏ, ਫੇਰ ਕੁਝ ਨਹੀਂ ਹੋਇਆ। 3 ਵਾਰੀ ਜ਼ਹਿਰ ਦਿੱਤੀ। ਕਹਿੰਦੇ ਨੇ ਵੀ ਆਪਣੀ ਪੂਰੀ ਉਮਰ ਭੋਗ ਕੇ ਹੀ ਜਿੰਨੀ ਪ੍ਰਾਰਬਧ ਲਿਖੀ ਹੋਈ ਸੀ, ਜਦੋਂ ਪ੍ਰਾਰਬਧ ਪੂਰੀ ਹੋ ਗਈ, ਫਿਰ ਉਹ ਤੀਸਰੀ ਵਾਰੀ ਜ਼ਹਿਰ ਲੈ ਕੇ ਆਇਆ ਸੀ। ਸੰਤ ਹੱਸ ਕੇ ਕਹਿੰਦੇ, ਅੱਛਾ 2 ਵਾਰੀ ਪਹਿਲਾਂ ਵੀ ਲਿਆਇਆ, ਦੁੱਧ ਤਾਂ ਰੋਜ਼ ਹੀ ਦਿੰਦਾ ਸੀ ਦੂਏ ਤੇ। ਕਹਿੰਦੇ, ਗੱਲ ਸੁਣ ਭਾਈ, ਕਹਿੰਦੇ 2 ਵਾਰੀ ਪਹਿਲਾਂ ਵੀ ਤੂੰ ਦੁੱਧ 'ਚ ਜ਼ਹਿਰ ਪਾ ਕੇ ਲਿਆਇਆ ਸੀ। ਕਹਿੰਦੇ, ਅਸੀਂ ਉਸ ਨੂੰ ਅੰਮ੍ਰਿਤ ਰੂਪ ਕਰਕੇ ਪੀਤਾ ਸੀ, ਇਸ ਕਰਕੇ ਜ਼ਹਿਰ ਦਾ ਅਸਰ ਨਹੀਂ ਹੋਇਆ ਸਾਡੇ ਤੇ। ਕਹਿੰਦੇ, ਲਿਆ ਹੁਣ ਤੇਰੀ ਇੱਛਾ ਪੂਰੀ ਕਰ ਦਿੰਦੇ ਆ, ਜਾਣਾ ਤਾਂ ਹੈਗੀ। ਕਹਿੰਦੇ, ਹੁਣ ਪ੍ਰਾਰਬਧ ਪੂਰੀ ਹੋ ਗਈ, ਹੁਣ ਤੀਸਰੀ ਵਾਰੀ ਜ਼ਹਿਰ ਲੈ ਆਇਆ, ਲਿਆ ਤੇਰੀ ਇੱਛਾ ਪੂਰੀ ਕਰ ਦੇ। ਗਲਾਸ ਪੜ। ਕਹਿੰਦਾ, ਨਾ ਮਹਾਰਾਜ, ਮੇਰੇ ਤੋਂ ਗਲਤੀ ਹੋ ਗਈ। ਕਹਿੰਦੇ, ਨਹੀਂ, ਹੁਣ ਤੇਰੀ ਇੱਛਾ ਪੂਰੀ ਕਰਾਂਗੇ। ਇਉਂ ਫਿਰ ਸਾਧ ਸੰਗਤ ਜੀ 3 ਵਾਰੀ ਜ਼ਹਿਰ ਦਿੱਤੀ, ਪਰ ਉਹ ਜ਼ਹਿਰ ਤੇ ਅੰਮ੍ਰਿਤ ਨੂੰ ਇੱਕੋ ਜਿਹਾ ਸਮਝਣ ਵਾਲੀ ਅਵਸਥਾ ਹੁੰਦੀ ਹੈ। ਤੈਸਾ ਮਾਨ ਤੈਸਾ ਅਭਿਮਾਨ, ਜਿਹੋ ਜਿਹਾ ਸਤਕਾਰ ਹੈ ਉਹ ਜਿਹੀ ਅਭਿਮਾਨ। ਜਿਹੜਾ ਸਾਧ ਸੰਗਤ ਜੀ ਇਹ ਬੜੀ ਘੁੰਡੀ ਹੈ। ਤੇ ਇੱਕ ਮਹਾਪੁਰਸ਼ ਸੰਪਰਦਾਈ ਮਹਾਪੁਰਸ਼ ਸੀ। ਵੈਸੇ ਤਾਂ ਚਲੋ ਵਿਦਵਾਨ ਨਹੀਂ ਸੀ, ਮਹੰਤੀ ਵਧੀਆ ਮਿਲੀ ਹੋਈ ਹੈ। ਕਈਆਂ ਦੇ ਬੜਾ ਸੂਤ ਆ ਜਾਂਦਾ ਕੰਮ, ਪਿਤਾ ਪੁਰਖੀਆਂ ਇਸ ਤਰ੍ਹਾਂ ਦੀਆਂ ਵੱਡੇ ਮਹਾਂਪੁਰਸ਼ਾਂ ਦੀਆਂ ਮਿਲ ਜਾਂਦੀਆਂ। ਉਹ ਕਹਿੰਦਾ ਜੀ ਇੱਥੇ ਜਿਹੜਾ ਮਾਨ ਦੇ ਨਾਲ ਅਪਮਾਨ ਸ਼ਬਦ ਚਾਹੀਦਾ ਸੀ। ਮੈਂ ਕਿਹਾ ਤੂੰ ਕੀ ਕਹਿਣਾ ਚਾਹੁੰਦਾ ਵੀ ਮਹਾਰਾਜ ਤੋਂ ਗਲਤੀ ਹੋ ਗਈ? ਤੇਰਾ ਤਾਂ ਅਰਥ ਇਹੀ ਬਣਦਾ। ਕਹਿੰਦੇ ਫਿਰ ਸਮਝ ਨਹੀਂ ਆਉਂਦੀ, ਅਪਮਾਨ ਦਾ ਤਾਂ ਅਰਥ ਨਹੀਂ ਬਣਦਾ। ਮੈਂ ਕਿਹਾ ਹੈਗਾ ਇਹਦਾ ਅਰਥ। ਉਸ ਵੇਲੇ ਉਹ ਜਿਹੇ ਜੇ ਤਰਕ ਸੁਭਾਅ ਨਾਲ ਕੀਤੀ ਸੀ, ਉਦੋਂ ਤਾਂ ਨਹੀਂ ਮੈਂ ਦੱਸਿਆ। ਫਿਰ ਬਾਅਦ ਦੇ ਵਿੱਚ ਜਦੋਂ ਦਾ ਦਿਮਾਗ ਲੋਟ ਜਾ ਹੋਇਆ ਦੇਖਿਆ, ਫਿਰ ਬਾਅਦ ਦੇ ਵਿੱਚ ਇੱਕ ਥਾਂ ਤੇ ਇਕੱਠੇ ਹੋਏ ਸੀ। ਮੈਂ ਕਿਹਾ ਸੰਤ ਜੀ ਤੁਸੀਂ ਪੁੱਛਿਆ ਸੀ? ਕਹਿੰਦੇ ਹਾਂ ਜੀ। ਮੈਂ ਕਿਹਾ ਸੰਸਕ੍ਰਿਤ ਦੇ ਅਭਿਮਾਨ ਦਾ ਅਰਥ ਅਪਮਾਨ ਹੈ। ਇਹ ਸੰਸਕ੍ਰਿਤ ਦਾ ਪਦ ਹੈ, ਮਹਾਰਾਜ ਨੇ ਇੱਥੇ ਉਹ ਬਦਲਿਆ। ਇਹਦਾ ਅਰਥ ਅਪਮਾਨ ਹੀ ਹੈ, ਨਿਰਾਦਰ ਹੈ। ਇਹੋ ਜਿਹਾ ਮਾਨ ਕੋਈ ਸਤਿਕਾਰ ਦਿੰਦਾ, ਉਸੇ ਦੇ ਕੋਈ ਨਿਰਾਦਰ ਦੇਵੇ, ਦੋਨਾਂ ਨੂੰ ਇੱਕੋ ਜਿਹਾ ਸਮਝਦਾ ਹੈ। ਤੈਸਾ ਰੰਕ ਤੈਸਾ ਰਾਜਾਨ, ਜਿਹੜਾ ਜਿਹਾ ਰੰਕ ਗਰੀਬ ਨੂੰ ਸਮਝਦਾ ਉਹ ਜਿਹੀ ਉਹਦੇ ਕੋਲ ਤੇ ਰਾਜਾਨ ਰਾਜਾ ਆ ਜਾਵੇ। ਦ੍ਰਿਸ਼ਟੀ ਇੱਕੋ ਜੀ ਹੈ। ਤੈਸਾ ਰੰਕ ਤੈਸਾ ਰਾਜਾਨ, ਤੇ ਇਹ ਇੱਕੋ ਜੀ ਦ੍ਰਿਸ਼ਟੀ ਹੈ। ਰੰਕ ਜੀਵ, ਉਹ ਜਿਹੀ ਰਾਜਾਨ ਈਸ਼ਵਰ। ਇਹ ਬ੍ਰਹਮਾਕਾਰ ਜਦੋਂ ਬਿਰਤੀ ਹੋ ਗਈ। ਦੂਸਰਾ ਸਾਧ ਸੰਗਤ ਜੀ ਇਹਦਾ ਇਸ ਤਰ੍ਹਾਂ ਵੀ ਹੈ ਕਿ ਤੈਸਾ ਉਹ ਜਾਈ, ਤੈਸਾ ਰੰਕ ਤੈਸਾ ਰਾਜਾਨ। ਇਹਦੇ ਪਹਿਲਾਂ ਤੈਸਾ ਮਾਨ ਤੈਸਾ ਅਭਿਮਾਨ। ਕਿਸੇ ਦੁਆਰਾ ਮਾਣ ਕਰਨ ਤੋਂ, ਕੋਈ ਮਾਣ ਦੂਸਰੇ ਤੋਂ ਮਿਲਣਾ, ਆਦਰ ਦਿੰਦਾ, ਕਹਿੰਦਾ ਮੈਂ ਤੇਰਾ ਬੜਾ ਮਾਣ ਕੀਤਾ, ਤੇ ਇਹ ਵੀ ਦੂਸਰੇ ਤੋਂ। ਕਿਸੇ ਦੂਸਰੇ ਤੋਂ ਹੀ ਅਭਿਮਾਨ ਕਰਕੇ, ਉਹ ਹੰਕਾਰ ਦੇ ਵਿੱਚ ਕਰਕੇ ਉਹਨੇ ਨਿਰਾਦਰ ਦਿੱਤਾ, ਉਹ ਤੋਂ ਨਿਰਾਦਰ ਮਿਲਿਆ। ਜੇ ਅਭਿਮਾਨ ਦਾ ਸਿੱਧੀ ਹੰਕਾਰ ਅਰਥ ਰੱਖਣਾ ਹੋਵੇ ਤਾਂ ਇਸ ਤਰ੍ਹਾਂ ਵੀ ਬਣਦਾ ਹੈ। ਤਾਂ ਇਹ ਅਵਸਥਾ ਹੈ ਤੈਸਾ ਰੰਕ ਤੈਸਾ ਰਾਜਾਨ। ਰੰਕ ਜੀਵ ਹੈ ਜਿਹੜਾ, ਇਹ ਕੰਗਾਲ ਹੈ ਕਿਉਂਕਿ ਜੂਨਾਂ 'ਚ ਧੱਕੇ ਖਾਂਦਾ ਫਿਰਦਾ ਹੈ। ਰਾਜਾਨ ਈਸ਼ਵਰ ਹੈ। ਉਹਦੀ ਦ੍ਰਿਸ਼ਟੀ ਜਦੋਂ ਬ੍ਰਹਮ ਗਿਆਨ ਹੋ ਗਈ, ਜੀਵ ਈਸ਼ ਦੀ ਤਤ ਤੋਂ ਪਦ ਦਾ ਸੰਸ਼ੋਧਨ ਹੋ ਗਿਆ। ਤਤਪਦ ਈਸ਼ ਜੀਵ ਤੋਂ ਪਦ ਅਸਪਦ ਬ੍ਰਹਮ ਕਹਾਵਾ। ਮਾਇਆ ਕੇ ਜੇ ਭੇਤੀ ਨੇ ਇੱਕ ਭੇਦ ਬਤਾਵਾ, ਹੈ ਤਾਂ ਇੱਕੋ ਹੀ। ਤੋ ਇਸ ਕਰਕੇ ਉਹਦੀ ਸਰਵਗਤਾ ਤਿਆਗਤੀ, ਉਹਦੀ ਅਲਪਗਤਾ ਤਿਆਗਤੀ, ਤੇ ਈਸ਼ਵਰ ਦਾ ਰੂਪ ਹੋ ਗਿਆ। ਤੇ ਉਹਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ। ਜੋ ਵਰਤਾਏ ਸਾਈ ਜੁਗਤ, ਜਿਹੜਾ ਵੀ ਵਰਤਾਰਾ ਵਾਹਿਗੁਰੂ ਵਰਤਾ ਰਿਹਾ ਹੈ, ਉਹੀ ਜੁਗਤ ਜੁਗਤੀ ਨੂੰ ਜੋਗ ਸਮਝਦਾ ਹੈ।
ਉਹਦੇ ਨਾਲ ਸਾਈ ਉਹੀ ਜੁਗਤੀ ਨੂੰ, ਸਾਈ ਉਸ ਜੁਗਤੀ ਨੂੰ ਜੋਗ ਸਮਝਦਾ, ਜਾਂ ਫਿਰ ਜੋ ਵਰਤਾਰਾ ਸਾਈ ਵਰਤਾ ਰਿਹਾ ਪ੍ਰਮਾਤਮਾ, ਉਹ ਸਾਈ ਨਾਲ ਹੀ ਜੁਗਤ ਜੁੜਿਆ ਰਹਿੰਦਾ, ਇਤਰਾਜ਼ ਨਹੀਂ ਕਰਦਾ ਹੈ। ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਮਹਾਰਾਜ ਕਹਿੰਦੇ ਨੇ ਭਾਈ, ਗੁਰੂ ਸਾਹਿਬ ਜੀ ਕਥਨ ਕਰਦੇ ਆ, ਜੀਵਨ ਮੁਕਤ ਉਸ ਨੂੰ ਕਹੀਦਾ ਹੈ, ਉਹ ਹੈ ਜੀਵਨ ਮੁਕਤ। ਇਹਦੇ ਤੇ ਸਾਧ ਸੰਗੀ ਇੱਕ ਮਹਾਂਪੁਰਸ਼ਾਂ ਦੀ ਵਿਚਾਰ ਆਉਂਦੀ ਹੈ। ਇੱਕ ਰਾਜੇ ਦੇ ਘਰ ਸੰਤਾਨ ਨਹੀਂ ਸੀ, ਬੜੇ ਯਤਨ ਕੀਤੇ, ਸੰਤਾਨ ਨਾ ਹੋਈ। ਜੋਤਸ਼ੀ ਸੱਦੇ, ਬੜਾ ਕੁਛ ਟੰਡੇ ਮੰਡਕ ਜਿੰਨੇ ਸੀ ਕਰੇ ਉਸਨੇ, ਯਤਨ ਬੜੇ ਕਰੇ ਪਰ ਫੇਲ ਹੋ ਗਏ ਸਾਰੇ, ਕੋਈ ਹੱਲ ਨਾ ਹੋਇਆ। ਇੱਕ ਪਰਮੇਸ਼ਰ ਦੇ ਰੰਗਾਂ ਵਿੱਚ ਰੰਗਿਆ ਹੋਇਆ ਸੂਝਵਾਨ ਸੀ ਤਾਂ ਜੋਤਸ਼ੀ, ਪਰ ਸੀ ਉਹ ਬ੍ਰਹਮਵੇਤਾ, ਬ੍ਰਹਮ ਨੂੰ ਜਾਣਨ ਵਾਲਾ ਸੀ, ਰੱਬ ਦਾ ਉਪਾਸਕ ਸੀ, ਰੰਗੀ ਹੋਈ ਰੂਹ ਸੀ, ਭਗਤੀ ਚ ਪੂਰਾ ਸੀ। ਉਹ ਰਾਜ ਦਰਬਾਰ ਚ ਆਇਆ, ਕਹਿਣ ਲੱਗਾ ਰਾਜਨ। ਰਾਜੇ ਨੇ ਉਹਨੂੰ ਕਿਹਾ ਵੀ ਮੈਂ ਬੜਾ ਦੁਖੀ ਹਾਂ, ਮੇਰੇ ਸੰਤਾਨ ਨੇ। ਉਹ ਕਹਿੰਦੇ ਤੇਰੇ ਸੰਤਾਨ ਹੋ ਸਕਦੀ ਹੈ। ਉਹ ਬੜਾ ਖੁਸ਼ ਹੋਇਆ, ਕਹਿੰਦੇ ਕਿਵੇਂ? ਉਹ ਕਹਿਣ ਲੱਗਾ ਸਤਪੁਰਸ਼, ਕਹਿੰਦੇ ਵੀ ਮੈਂ ਤੈਨੂੰ ਯਤਨ ਦੱਸ ਦੇਣਾ। ਉਹ ਯਤਨ ਕੀ ਹੈ? ਕਹਿਣ ਲੱਗਾ ਵੀ ਕੋਈ ਨਾਮ ਰਤੜੇ ਮਹਾਂਪੁਰਸ਼ਾਂ ਦੀ ਆਪਣੇ ਹੱਥੀਂ ਸੇਵਾ ਕਰ। ਉਹ ਸੰਤਾਂ ਦੀ ਸੇਵਾ ਕਰੇਗਾ, ਤੇਰੇ ਕੋਈ ਨਾ ਕੋਈ ਮਹਾਤਮਾ ਵਰ ਦੇਗਾ। ਉਹਨੇ ਫਿਰ ਰਾਜੇ ਨੇ ਨਦੀ ਦੇ ਕਿਨਾਰੇ ਦੇ ਸਾਧੂਆਂ ਦੀ ਆਸ਼ਰਮ ਬਣਾ ਦਿੱਤਾ, ਲੰਗਰ ਲਾਤਾ, 8 ਪਹਿਰ, ਸਹੂਲਤਾਂ ਦੇਤੀਆਂ ਸਾਰੀਆਂ। ਹੱਥੀਂ ਸੇਵਾ ਕਰਿਆ ਕਰੇ, ਉਹਨੇ ਜੁੱਠੇ ਭਾਂਡੇ ਮਾਂਜਣੇ, ਪੱਖਾ ਝੱਲਣਾ, ਮੁੱਠੀ ਚਾਪੀ ਕਰਨੀ, ਬੜੀ ਸੇਵਾ ਕਰਦੇ। ਮਹਾਤਮਾ ਪ੍ਰਸੰਨ ਹੋ ਕੇ ਅਸ਼ੀਰਵਾਦ ਦਿੰਦੇ ਰਹੇ। ਤੇ ਇੱਕ ਦਿਨ ਪੂਰਨ ਮਹਾਂਪੁਰਸ਼ ਉਹ ਕਹਿਣ ਲੱਗੇ, ਮਹਾਰਾਜਾ ਤੂੰ ਬੜੀ ਸੇਵਾ ਕਰਦਾ ਹੈ, ਤੇ ਤੁਸੀਂ ਕਿਸ ਭਾਵਨਾ ਦੇ ਨਾਲ ਸੇਵਾ ਕਰਦੇ ਹੋ ਰਾਜਨ? ਉਹਨੇ ਸਾਧੂ ਦੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਮੇਰੇ ਕੋਲ ਸਾਰੇ ਪਦਾਰਥ ਨੇ, ਤੁਸੀਂ ਜਾਣੀ ਜਾਣੋ, ਪਰ ਪੁੱਤਰ ਨਹੀਂ ਹੈ, ਪੁੱਤਰ ਦੀ ਘਾਟ ਹੈ। ਇਹ ਕਿਰਪਾ ਕਰਕੇ ਮਹਾਰਾਜ। ਕਹਿੰਦੇ ਅੱਛਾ ਤੇਰੀ ਸੇਵਾ ਤੇ ਪ੍ਰਸੰਨ ਹੋਏ ਆ, ਪਰਮਾਤਮਾ ਤੇਰੇ ਘਰ ਇੱਕ ਨਹੀਂ 2 ਪੁੱਤਰ ਦੇਗਾ। ਬਹੁਤ ਖੁਸ਼ ਹੋਇਆ, ਕਹਿੰਦਾ ਵੀ ਇੱਕ ਗੱਲ ਸੁਣ ਲੈ, ਲਾਲਚ ਨਾ ਕਰੀ, ਇੱਕ ਰੱਖੀ ਰਾਜ ਵਾਸਤੇ, ਦੂਜੇ ਨੂੰ ਸਾਧੂਆਂ ਦੀ ਜਮਾਤ 'ਚ ਭਰਤੀ ਕਰ ਦੇ, ਤਾਂ ਕਿ ਨਾਮ ਜਪ ਕੇ ਜਪਾ ਕੇ ਲੋਕਾਂ ਦਾ ਭਲਾ ਕਰੇ। ਕਹਿੰਦਾ ਜੀ ਸਤ ਵਚਨ। ਉਹ ਮਹਾਤਮਾ ਤਾਂ ਚਲੇ ਗਏ, ਰਾਜੇ ਦੇ ਘਰ 2 ਪੁੱਤਰ ਹੋਏ। ਸਾਧੂਆਂ ਦੇ ਵਿੱਚ ਪ੍ਰੀਤੀ ਵੱਧ ਗਈ, ਸਤ ਸੰਗਤ ਕਰਨ ਲੱਗ ਪਿਆ, ਬੜਾ ਆਨੰਦ ਪ੍ਰਾਪਤ ਹੋਇਆ, ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਲੱਗਿਆ। ਇੱਕ ਦਿਨ ਉਹ ਸ਼ਾਸਤਰ ਪੜ੍ਹ ਕੇ ਉਹਦੇ ਸਾਹਮਣੇ ਇੱਕ ਗੱਲ ਆਈ ਵੀ ਜਿਹੜਾ ਜੀਵਨ ਮੁਕਤ ਮਹਾਂਪੁਰਸ਼ ਹੈ, ਉਹਦੇ ਲੱਛਣ ਪੜ੍ਹੇ ਜਿਵੇਂ ਚੱਲ ਰਹੇ ਜੀਵਨ ਮੁਕਤਾਂ ਦੇ। ਉਹ ਕਹਿੰਦੇ ਵੀ ਐਸਾ ਮਹਾਤਮਾ ਦੂਸਰੇ ਨੂੰ ਵੀ ਜੀਵਨ ਮੁਕਤ ਕਰ ਸਕਦਾ ਹੈ। ਉਹ ਮਹਾਤਮਾ ਤਾਂ ਪੁੱਤਰ ਦੇ ਗਏ ਮੈਨੂੰ, ਪਰ ਮੁਕਤੀ ਤਾਂ ਨਹੀਂ ਹੋਈ ਮੇਰੀ, ਸੇਵਾ ਦੇ ਬਦਲੇ ਸੰਤਾਨ ਮਿਲੀ ਹੈ। ਜੀਵਨ ਮੁਕਤੀ ਬਾਰੇ ਪੁੱਛਿਆ ਉਹਨੇ ਵੀ ਜੀਵਨ ਮੁਕਤੀ ਵਾਲਾ ਮਹਾਤਮਾ ਦੇ ਲੱਛਣ ਕੀ ਨੇ? ਇੱਕ ਮਹਾਤਮਾ ਨੇ ਦੱਸਿਆ, ਕਹਿੰਦੇ ਵੀ ਉਹਨਾਂ ਦੇ ਵਿੱਚ ਸਮਾਨ ਬਿਰਤੀ ਹੁੰਦੀ ਹੈ, ਵਿਵਾਦ ਨਹੀਂ ਕਰਦੇ। ਕਹਿੰਦੇ ਜੀ ਤੁਸੀਂ ਜਾਣਦੇ ਹੋ ਕੋਈ ਐਸਾ ਹੈ? ਕਹਿੰਦੇ ਹਾਂ ਹੈਗਾ। ਕਹਿੰਦੇ ਕੌਣ? ਕਹਿੰਦੇ ਜੜ ਭਰਤ ਮਹਾਤਮਾ ਹੈ। ਕਹਿੰਦੇ ਜੀ ਫਿਰ? ਕਹਿੰਦੇ ਕਿਤੇ ਨਾ ਕਿਤੇ ਆਪ ਹੀ ਆ ਜਾਊਗਾ, ਲੱਭਿਆ ਤਾਂ ਨਹੀਂ ਮਿਲਣਾ। ਕਹਿੰਦੇ ਜੀ ਫਿਰ ਉਹਦੀ ਨਿਸ਼ਾਨੀ? ਕਹਿੰਦੇ ਨਿਸ਼ਾਨੀ ਇਹ ਹੀ ਹੈ। ਉਹ ਮਹਾਤਮਾ ਕਹਿੰਦੇ ਸੌਖੀ ਜੀ ਨਿਸ਼ਾਨੀ ਦੱਸ ਦਿੰਦੇ ਆ, ਤੇਰੀ ਬਾਗ ਦੇ ਵਿੱਚ ਨਿੰਮ ਦਾ ਦਰਖਤ ਖੜਾ ਹੈ ਨਾ? ਕਹਿੰਦੇ ਹਾਂ। ਕਹਿੰਦੇ ਪਰਖਣਾ ਕਰ ਲਿਆ ਕਰੀ, ਸੰਤਾਂ ਨੂੰ ਕਹੀਂ ਜਾਣ ਲੱਗੇ ਸੇਵਾ ਕਰਕੇ, ਮਹਾਤਮਾ ਜੀ ਅਜੇ ਨਾ ਜਾਓ, ਇਹ ਨਿੰਮ ਨੂੰ ਫੁੱਲ ਆਉਣ ਲੱਗੇ ਨੇ, ਇਹਨੂੰ ਉਹ ਨਿੰਮ ਨਹੀਂ ਕਹਿਣਾ, ਇਹ ਅੰਬ ਦਾ ਪੇੜ ਆ ਜੀ, ਇਹਨੂੰ ਹੁਣ ਫੁੱਲ ਆਏ ਨਾ, ਉਦੋਂ ਬਾਅਦ ਫਿਰ ਫਲ ਆਊਗਾ, ਤੇ ਤੁਸੀਂ ਇਹਦੇ ਐਡੇ ਐਡੇ ਫਲ ਹੋ ਜਾਂਦੇ ਨੇ, ਸ਼ੇਰ ਦੇ ਫਲ ਹੋ ਜਾਂਦੇ, ਉਹ ਖਾ ਕੇ ਜਾਇਓ। ਕਹਿੰਦੇ ਜਿਹੜਾ ਤੇਰੇ ਨਾਲ ਲੜ ਪਵੇ ਤੂੰ ਪਾਗਲ ਹੋਇਆ ਤੇ ਨਿੰਮ ਹੈ। ਕਹਿੰਦੇ ਸਮਝ ਲਈ ਵੀ ਜੜ ਭਰਤ ਨਹੀਂ। ਆਏ ਗਏ ਜਾਏ ਗਏ, ਆਏ ਗਏ ਜਾਏ ਗਏ, ਹਰੇਕ ਨੂੰ ਕਹਿੰਦਾ ਰਿਹਾ, ਸਾਰੇ ਫੇਲ ਹੋ ਗਏ, ਕੁਦਰਤੀ ਜੜ ਭਰਤ ਆ ਗਿਆ। ਉਹਦਾ ਇੱਕ ਰਾਜੇ ਦਾ ਤੋਤਾ ਰੱਖਿਆ ਹੋਇਆ ਸੀ, ਤੋਤਾ ਬੜਾ ਸਿਆਣਾ ਸੀ। ਸਤਯੁਗ ਦੇ ਵਿੱਚ ਤਾਂ ਜਾਨਵਰਾਂ ਦੀ ਭਾਖਿਆ ਜਿਹੜੀ ਹੈ ਉਹ ਬੰਦੇ ਵੀ ਸਮਝ ਲੈਂਦੇ, ਤ੍ਰੇਤੇ ਦੇ ਵਿੱਚ ਵੀ ਵਿਸ਼ੇਸ਼ ਜਾਨਵਰ ਰਹਿ ਗਏ, ਦੁਆਪਰ ਦੇ ਵਿੱਚ ਵੀ, ਕਲਯੁਗ ਦੇ ਵਿੱਚ ਅਜੇ ਵੀ ਕਿਤੇ ਨਾ ਕਿਤੇ ਤੋਤਿਆਂ ਨੂੰ ਪੜ੍ਹਾ ਕੇ ਉਹਨਾਂ ਤੋਂ ਆਵਾਜ਼ ਬੰਦਿਆਂ ਵਰਗੀ ਕਢਾ ਲੈਂਦੇ ਆ। ਤੋਤਾ ਬੜਾ ਸਿਆਣਾ ਸੀ, ਪਿਛਲੇ ਜਨਮ ਦੇ ਸੰਸਕਾਰ। ਉਂਝ ਵੀ ਸਾਧ ਸੰਗਤ ਦ੍ਰਿਸ਼ਟਾਂਤ ਦੇ ਇੱਕ ਪੱਖ ਦੇ ਵਿੱਚੋਂ ਸਿਧਾਂਤ ਨੂੰ ਕੱਢੀਦਾ ਹੈ। ਉਹ ਤੋਤਾ ਸੀ ਜਿਹੜਾ ਪਿੰਜਰੇ ਦੀ ਬੰਦ ਕੀਤਾ ਹੈ, ਉਹਨੂੰ ਸਿਖਾਇਆ ਹੋਇਆ ਸੀ ਰਾਮ ਨਾਮ ਸਤ ਹੈ, ਰਾਮ ਨਾਮ ਸਤ ਹੈ। ਉਹ ਹਰੇਕ ਸੰਤ ਨੂੰ ਨਾਮ ਜਪਾਉਂਦਾ, ਬੜੇ ਖੁਸ਼ ਹੋਇਆ ਕਰਨ, ਕਹਿੰਦੇ ਵੀ ਤੋਤਾ ਨਾਮ ਜਪਾਉਂਦਾ ਹੈ।
ਹੁਣ ਵਾਹਿਗੁਰੂ ਵਾਹਿਗੁਰੂ ਜੀ ਪਾਉਣ ਵਾਲਾ ਤਾਂ ਸਾਧ ਸੰਗਤ ਜੀ ਕਈ ਥਾਂ ਤੇ ਤੋਤੇ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣ ਵਾਲੇ ਤੋਤੇ ਅੱਜ ਵੀ ਮੌਜੂਦ ਨੇ। ਤੇ ਉਹ ਜਦੋਂ ਜੜ ਭਰਤ ਆਇਆ ਤੇ ਤੋਤੇ ਨੇ ਕਿਹਾ ਰਾਮ ਨਾਮ ਸਤ ਹੈ, ਰਾਮ ਨਾਮ ਸਤ ਹੈ। ਜੜ ਭਰਤ ਜੀ ਖੁਸ਼ ਹੋਏ, ਕਹਿੰਦੇ ਹਾਂ ਬਈ ਤੋਤਿਆ ਰਾਮ ਨਾਮ ਤਾਂ ਸਤ ਹੀ ਹੈ। ਉਹ ਤੋਤਾ ਇੱਕ ਪ੍ਰਸ਼ਨ ਕਰਿਆ ਕਰੇ ਕਿ ਕਹਿੰਦਾ ਜੀ ਵੀ ਰਾਮ ਦਾ ਨਾਮ ਜਿਹੜਾ ਬੰਧਨ ਤੋੜ ਦਿੰਦਾ ਹੈ, ਮੇਰੇ ਲੋਹੇ ਦਾ ਪਿੰਜਰਾ ਨਹੀਂ ਟੁੱਟਿਆ ਹੁਣ ਤੱਕ, ਰਾਮ ਨਾਮ ਮੈਂ ਬੜੀ ਦੇਰ ਦਾ ਜਪਦਾ। ਕੋਈ ਸੰਤ ਕੋਈ ਕੁਛ ਕਹਿਦਾ ਕਰੇ, ਕੋਈ ਕੁਛ। ਜੜ ਭਰਤ ਨੂੰ ਵੀ ਇਹੀ ਸਵਾਲ ਕੀਤਾ ਤੇ ਉਧਰ ਸਾਸ ਜੀ ਉਹ ਪਰਖਣਾ ਰਾਜੇ ਨੇ ਇਹ ਕੀਤੀ ਉਹਦੇ ਤੇ ਮਹਾਤਮਾ ਜੀ ਕਹਿੰਦੇ ਤੁਸੀਂ ਸਾਡੇ ਕੋਲ ਇੱਥੇ ਠਹੋ ਵੀ ਆਹ ਅੰਬਾਂ ਦਾ ਦਰਖਤ ਹੈ ਨਾ। ਸੰਤ ਨੇ ਦੇਖ ਲਿਆ ਵੀ ਹੈ ਤਾਂ ਨਿੰਮੇ ਨੂੰ ਅੰਬ ਕਹਿ ਰਿਹਾ ਹੈ। ਕਹਿੰਦੇ ਦੱਸ ਕੀ ਕਹਿਣਾ ਚਾਹੁੰਦਾ? ਕਹਿੰਦੇ ਜੀ ਇਹਨੂੰ ਬਹੁਤ ਬੜੇ ਬੜੇ ਸ਼ੇਰ ਕੱਚੇ ਦੇ ਅੰਬ ਲੱਗਦੇ ਆ, ਤੁਸੀਂ ਅੰਬ ਚੂਪ ਕੇ ਜਾਇਓ। ਕਹਿੰਦੇ ਕੋਈ ਨਹੀਂ, ਅਸੀਂ ਟਿਕ ਜਾਂਦੇ ਆ, ਜੇ ਤੈਨੂੰ ਲੱਗਦਾ ਵੀ ਅੰਬ ਹੈਗੇ ਇਹ ਚੁਪਾ ਦੀ। ਕਹਿੰਦੇ ਕੋਈ, ਮੈਂ ਇੱਥੇ ਹਾਂ, ਦੇਖ ਲਾਂਗੇ ਤੇਰੇ ਅੰਬ। ਵਿਵਾਦ ਨਹੀਂ ਕੀਤਾ, ਉਹਨੇ ਚਰਨ ਫੜ ਲਈ। ਕਹਿੰਦੇ ਮਹਾਰਾਜ ਤੁਸੀਂ ਤਾਂ ਉਹੀ ਹੋ ਜਿਹਨੂੰ ਮੈਂ ਲੱਭਦਾ। ਉਹ ਰਾਜਾ ਆਪਣੇ ਚਲਿਆ ਗਿਆ, ਉੱਥੇ ਠਹਿਰੇ ਮਹਾਤਮਾ। ਤੇ ਤੋਤਾ ਕਹਿੰਦਾ ਜੜ ਭਰਤ ਨੂੰ, ਕਹਿੰਦਾ ਮਹਾਤਮਾ ਜੀ ਮੈਂ ਸਾਰੇ ਸੰਤਾਂ ਨੂੰ ਸਵਾਲ ਕਰਦਾ ਰਿਹਾ ਵੀ ਰਾਮ ਨਾਮ ਸਤ, ਰਾਮ ਨਾਮ ਸਤ। ਕਹਿੰਦੇ ਰਾਮ ਨਾਮ ਤਾਂ ਬੰਧਨ ਤੋੜ ਦਿੰਦਾ, ਮੇਰੇ ਤਾਂ ਲੋਹੇ ਦਾ ਪਿੰਜਰਾ ਨਹੀਂ ਟੁੱਟਿਆ ਹੁਣ ਤਾਈਂ, ਮੈਂ ਆਜ਼ਾਦ ਹੋਣਾ ਚਾਹੁੰਦਾ। ਜੜ ਭਰਤ ਕਹਿਣ ਲੱਗਿਆ ਤੂੰ ਰਾਮ ਦਾ ਨਾਮ ਜਿਹੜਾ ਜਪਦਾ ਚੂਰੀ ਵਾਸਤੇ ਜਪਦਾ ਹੈ, ਦੁੱਧ ਪੀਣ ਵਾਸਤੇ ਰਾਮ ਰਾਮ ਜਪਦਾ, ਤੂੰ ਰਾਮ ਦਾ ਨਾਮ ਜਪਿਆ ਹੀ ਨਹੀਂ ਹਲੇ। ਬੰਧਨ ਤਾਂ ਟੁੱਟਣਗੇ ਜੇ ਚੂਰੀ ਦਾ ਤਿਆਗ ਕਰੇਗਾ। ਕਹਿੰਦਾ ਜੀ ਕਿਵੇਂ? ਕਹਿੰਦਾ ਮੁਰਦਾ ਹੋ ਕੇ ਪੈ ਜਾ, ਅੱਖਾਂ ਨਾਲ ਦੇਖਣਾ, ਕੰਨਾਂ ਨਾਲ ਸੁਣਨਾ, ਜੀਭ ਨਾਲ ਬੋਲੀ ਨਾ, ਚਾਹੇ ਕੋਈ ਬੁਲਾਈ ਜਾਵੇ, ਨਾ ਖਾਈ ਨਾ ਪੀ। ਕਹਿੰਦਾ ਜੀ ਸਤਵਜ। ਮੁਰਦਾ ਜਿਹਾ ਹੋ ਕੇ ਪੈ ਗਿਆ। ਨੌਕਰ ਆਇਆ, ਉਹਨੇ ਬੁਲਾਇਆ ਤੋਤੇ ਨੂੰ, ਰਾਮ ਨਾਮ ਸਤ ਤੋਂ ਬੋਲਿਆ ਹੀ ਨਹੀਂ। ਉਹਨੇ ਹੱਥ ਉੱਤ ਮਾਰਿਆ। ਉਹ ਰਾਜੇ ਨੂੰ ਕਹਿੰਦਾ ਜੀ ਤੋਤਾ ਮਰ ਗਿਆ ਆਪਣਾ ਤਾਂ। ਉਹ ਆਇਆ, ਕਹਿੰਦਾ ਵੀ ਨਹੀਂ ਸਾਹ ਤਾਂ ਚੱਲਦੇ ਆ। ਕਹਿੰਦਾ ਜੀ ਬਸ ਮਰਨ ਵਾਲੀ ਹੈ ਫਿਰ। ਉਹ ਕਹਿੰਦਾ ਵੀ ਕੱਢ ਕੇ ਬਾਹਰ ਰੱਖ ਦਿਓ। ਬਾਹਰ ਰੱਖਦਾ, ਤੋਤੇ ਨੇ ਚੋਰ ਜੀ ਅੱਖ ਨਾਲ ਦੇਖਿਆ ਵੀ ਗੱਲ ਬਣ ਗਈ ਹੈ ਠੀਕ। ਉਹਨੇ ਮਾਰੀ ਉਡਾਰੀ ਟਾਹਲੀ ਤੇ ਜਾ ਬੈਠਿਆ। ਉਹ ਰਾਜਾ ਕਹਿੰਦਾ ਰਾਮ ਨਾਮ ਸਤ ਹੈ। ਕਹਿੰਦਾ ਰਾਜਨ ਰਾਮ ਨਾਮ ਤਾਂ ਸੰਤ ਹੈ, ਪਰ ਕੁੰਜੀ ਤਾਂ ਸੰਤਾਂ ਦੇ ਹੱਥ ਹੈ। ਰਾਮ ਨਾਮ ਸਤ ਕਹਿੰਦੇ ਤਾਂ ਦੇਰ ਹੋ ਗਈ। ਕਹਿੰਦਾ ਚਾਬੀ ਸੰਤਾਂ ਦੇ ਹੱਥ ਹੈ। ਕਹਿੰਦਾ ਤਾਂ ਬੰਧਨ ਟੁੱਟੇ ਨਾ। ਜੇ ਤੂੰ ਵੀ ਆਪਣਾ ਪਿੰਜਰਾ ਤੋੜਨਾ ਚਾਹੁੰਦਾ, ਕਹਿੰਦੇ ਮੇਰਾ ਤਾਂ ਟੁੱਟ ਗਿਆ ਲੋਹੇ ਦਾ ਪਿੰਜਰਾ, ਤੇ ਤੂੰ ਹੁਣ ਲਾਭ ਉਠਾ ਲੈ। ਮੈਂ ਤਾਂ ਉਠਾ ਲਿਆ। ਉਹਨੇ ਚਰਨ ਫੜ ਲਈ। ਕਹਿੰਦਾ ਮਹਾਰਾਜ ਜਿਵੇਂ ਤੋਤਾ ਮੁਕਤ ਕੀਤਾ ਤੁਸੀਂ ਮੈਨੂੰ ਵੀ ਆਪ ਜੀ ਦੀ ਜੁਗਤੀ ਦੱਸੋ। ਫਿਰ ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਉਸ ਨੂੰ ਬ੍ਰਹਮ ਗਿਆਨ ਦਾ ਐਸਾ ਗਿਆਨ ਦ੍ਰਿੜ ਕਰਾਇਆ ਜੜ ਭਰਤ ਨੇ। ਕਹਿੰਦੇ ਦੇਖ ਰਾਜਨ ਬਈ ਜਿਵੇਂ ਤੋਤੇ ਨੇ ਚੂਰੀ ਤਿਆਗੀ ਹੈ, ਤੂੰ ਪਦਾਰਥਾਂ ਦਾ ਤਿਆਗ ਕਰ, ਵਿਸ਼ੇ ਵਿਕਾਰਾਂ ਦਾ ਤਿਆਗ ਕਰ। ਇਹ ਚੂਰੀ ਹੈ। ਸਾਧੂਆਂ ਦੀ ਸੰਗਤ ਕਰਦਾ ਹੈ, ਰਾਮ ਨਾਮ ਜਪਦਾ, ਕਹਿੰਦੇ ਪਰ ਚੂਰੀ ਵਾਸਤੇ ਹੈ। ਕਹਿੰਦੇ ਜੀ ਤਾਂ ਗੱਲ ਸੱਚ ਹੈ। ਮਹਾਤਮਾ ਕਹਿਣ ਲੱਗੇ ਜੜ ਭਰਤ ਜੀ ਤੇਰਾ ਨਿਰਗੁਣ ਸਰੂਪ ਹੈ। ਮਨੁੱਖ ਨੂੰ 3 ਗੁਣਾਂ ਨੇ ਦੁਖੀ ਕੀਤਾ ਹੈ। ਤੇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ। 3 ਗੁਣਾਂ ਦਾ ਤਿਆਗ ਕਰ, ਚੌਥਾ ਪਦ ਮਿਲ ਜਾਏਗਾ। ਕਹਿੰਦੇ ਜੀ ਕਿਵੇਂ ਤਿਆਗ ਕਰਾਂ? ਕਹਿੰਦੇ ਦੇਖ ਜਿਹੜਾ ਬਦਾਮ ਰੋਗਨ ਹੈ, ਉਹ ਬਦਾਮ ਦੇ ਬੂਟੇ, ਬਦਾਮ ਦੇ ਪੱਤੇ, ਬਦਾਮ ਦੀਆਂ ਟਾਹਣੀਆਂ, ਉਹਦਾ ਫਲ ਸਾਰਾ ਉਹਦੇ ਨਾਲ ਕੋਈ ਸੰਬੰਧ ਨਹੀਂ ਬਦਾਮ ਰੋਗਨ ਦਾ। ਬਦਾਮ ਦੇ ਉੱਪਰਲੇ ਛਿਲਕੇ ਨੂੰ ਤੋੜ ਕੇ ਅੰਦਰਲੀ ਗਿਰੀ ਕੱਢ ਕੇ ਕੋਲੂ ਚ ਪਾ ਕੇ ਬਦਾਮ ਰੋਗਨ ਕੱਢੀਦਾ। ਇਸ ਦਾ 3 ਗੁਣ ਕਾਰਨ ਸੂਖਮ ਅਸੂਲ ਸਰੀਰ, ਇਹ 3 ਪ੍ਰਕਾਰ ਦੇ। ਬਦਾਮ ਦਾ ਅਸਲੀ ਰੂਪ ਹੈ ਚਿੱਟਾ, ਉਹਦੇ ਉੱਤੇ ਬਰੀਕ ਜਿਹਾ ਪੜਤਾ ਹੈ ਦਾਖੀ, ਉਹਦੇ ਉੱਤੇ ਫੇਰ ਥੋੜੀਆਂ ਨਾਲ ਭਲਣ ਵਾਲਾ, ਉਹਦੇ ਉੱਤੇ ਫੇਰ ਇੱਕ ਹੈ। ਇਸ ਤਰ੍ਹਾਂ ਦੇ ਤੇਰੇ ਉੱਤੇ ਵੀ 3 ਕੋਟ ਸੂਖਮ ਅਸੂਲ ਤੇ ਕਾਰਨ ਸਰੀਰ ਦੇ। ਇਹ ਛਿੱਲੜ ਲਾ ਦੇ, ਵੱਖਰਾ ਕਰ ਦੇ। ਇਹਨੂੰ ਛਿਲ ਕੇ ਆਪਣੇ ਜਿਵੇਂ ਬਦਾਮ ਰੋਗਨ ਕੱਢੀਦਾ ਹੈ, ਤੇ ਬਿਲਕੁਲ ਉਸੇ ਤਰ੍ਹਾਂ ਤੂੰ ਵਿਚਾਰ ਰੂਪੀ ਕੋਲੂ ਲਾ। ਵਿਚਾਰ ਰੂਪੀ ਕੋਲੂ ਦੇ ਨਾਲ ਆਤਮਾ ਰੂਪੀ ਬਦਾਮ ਰੋਗ ਨੂੰ ਕੱਢ ਲੈ। ਤਿਰਗੁਣ ਮਾਇਆ ਦੇ ਛਿਲੜਾਂ ਨੂੰ ਤਿਆਗ ਦੇ। ਇਹ ਮਿਥਿਆ ਹੈ। ਮਾਇਆ ਦੇ 3 ਗੁਣਾਂ ਨੂੰ ਤਿਆਗੇਗਾ, 3 ਗੁਣ ਅਤੀਤ ਤੁਰਿਆ ਪਾਤੇ ਨੂੰ ਉਹਦੀ ਪ੍ਰਾਪਤੀ ਹੋ ਜਾਏਗੀ, ਜੀਵਨ ਮੁਕਤ ਹੋ ਜਾਏਗਾ। ਜੜ ਭਰਤ ਮਹਾਂਪੁਰਸ਼ਾਂ ਨੇ ਉਪਦੇਸ਼ ਸਰਵਣ ਕਰਕੇ ਰਾਜਾ 3 ਗੁਣਾਂ ਤੋਂ ਤਿਆਗੀ ਹੋ ਕੇ ਉਹ ਫਿਰ ਜੀਵਨ ਮੁਕਤ ਸੋ ਕਹਾਵੇ, ਉਹ ਵੀ ਜੀਵਨ ਮੁਕਤ ਕਹਾਇਆ। ਇਸ ਪ੍ਰਕਾਰ ਸਾਧ ਸੰਗਤ ਜੀ ਜੀਵਨ ਮੁਕਤਾਂ ਦੇ ਲੱਛਣ ਜਿਹੜੇ ਨਾ
ਮਹਾਰਾਜ ਕਹਿੰਦੇ ਨੇ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ। ਮਹਾਰਾਜ ਕਹਿੰਦੇ ਉਹ ਜੀਵਨ ਮੁਕਤ ਹੋ ਸਕਦਾ, ਗੱਲਾਂ ਦੇ ਨਾਲ ਨਹੀਂ ਐਵੇਂ ਜੀਵਨ ਮੁਕਤ ਬਣਿਆ ਜਾਂਦਾ। ਪਾਰ ਬ੍ਰਹਮ ਕੇ ਸਗਲੇ ਠਾਉ, ਤੇ ਪਾਪਾਂ ਪੁੰਨਾਂ ਤੋਂ ਪਰੇ ਜਿਹੜਾ ਬ੍ਰਹਮ ਵਿਆਪਕ ਹੈ ਉਹਦੇ ਸਾਰੇ ਠਾਂ ਅਸਥਾਨ, ਸਾਰੇ ਟਿਕਾਣੇ ਨੇ ਉਸ ਦੇ, ਜੂਨੀਆਂ ਰੂਪ ਸਾਰੇ ਅਸਥਾਨ ਪਰਮੇਸ਼ਰ ਨੇ ਬਣਾਏ ਹੋਏ ਹਨ। ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਜਿਸ ਜਿਸ ਪਦਵੀ ਰੂਪ ਦੇ ਵਿੱਚ ਘਰ ਰੂਪ ਪਦਵੀ ਜਿਹੜੀ ਜਿਸ ਵੀ ਦੇਹੀ ਦੀ ਪਦਵੀ ਦੇ ਦਿੱਤੀ ਹੈ, ਜੀਵਨ ਨੂੰ ਰੱਖਿਆ ਹੈ, ਉਹੇ ਜਾਹੇ ਤਿੰਨ ਉਹਨਾਂ ਜੀਵਾਂ ਦਾ ਨਾਮ ਪੈ ਜਾਂਦਾ। ਜਦੋਂ ਜੀਵ ਆਤਮਾ ਪਸ਼ੂ ਦੀ ਜੂਨ ਵਿੱਚ ਪੈ ਗਿਆ ਉਹਨੂੰ ਪਸ਼ੂ ਕਹਿਣ ਲੱਗ ਜਾਂਦੇ, ਮਨੁੱਖ ਜੂਨ ਚ ਆ ਗਿਆ ਮਨੁੱਖ ਕਹਿ ਦਿੱਤਾ, ਪੰਛੀ ਦੀ ਜੂਨ ਹੈ ਪੰਛੂ, ਉਹੋ ਜਿਹਾ ਨਾਮ ਪੈ ਜਾਂਦਾ ਹੈ। ਜਿਤ ਜਿਤ ਜਿਸ ਜੇ ਘਰ ਸਰੀਰਾਂ ਦੇ ਵਿੱਚ ਰੱਖਣਾ ਕੀਤਾ ਹੈ, ਸਵਰਗ ਵਿੱਚ ਹੋ ਗਿਆ ਦੇਵਤਾ ਕਹਿਣ ਲੱਗੇ, ਪਤਾਲ ਵਿੱਚ ਚਲਿਆ ਗਿਆ ਰਾਖਸ਼ ਕਹਿਣ ਲੱਗੇ, ਮਾਤਲੋਕ ਚ ਆ ਗਿਆ ਮਨੁੱਖ ਕਹਿਣ ਲੱਗੇ, ਤੇ ਇਸ ਤਰ੍ਹਾਂ ਦੇ ਉਹਦਾ ਨਾਮ ਪੈ ਜਾਂਦਾ ਹੈ। ਆਪੇ ਕਰਨ ਕਰਾਵਨ ਜੋਗ, ਪਰਮੇਸ਼ਰ ਆਪ ਹੀ ਕਰਨ ਕਾਰਜਾਂ ਨੂੰ ਕਰਨ ਵਾਲਾ ਹੈ, ਆਪੇ ਕਰਨ ਕਰਾਵਣ, ਆਪ ਹੀ ਬਰਮਾ ਆਤਮ ਤੋਂ ਸ੍ਰਿਸ਼ਟੀ ਨੂੰ ਰਚਾਉਣ ਵਾਲਾ ਹੈ, ਆਪ ਹੀ ਚੇਤਨ ਸੱਤਾ ਦੇ ਕਰਕੇ ਬਰਮਾ ਆਤਮ ਨੂੰ ਕਰਨ ਵਾਲਾ ਹੈ। ਕਰਨ ਵਾਲਾ ਵੀ ਆਪ ਤੇ ਕਰਾਉਣ ਵਾਲਾ ਵੀ ਆਪ ਹੈ। ਬਰਮਾ ਆਤਮ ਕੋ ਸਥੂਲ ਸ੍ਰਿਸ਼ਟੀ ਬਣਵਾ ਦਿੱਤੀ ਹੈ ਤੇ ਬਰਮਾ ਆਤਮ ਆਪ ਸਾਜ ਦਿੱਤਾ ਹੈ। ਉਹ ਆਪ ਦੇ ਯੋਗ ਲਾਇਕ ਹੈ, ਕਰਨ ਕਰਾਉਣ ਦੇ ਯੋਗ ਲਾਇਕ ਹੈ। ਪ੍ਰਭ ਭਾਵੈ ਸੋਈ ਪੁਨ ਹੋਗ, ਜੋ ਵਾਹਿਗੁਰੂ ਨੂੰ ਪਾਉਂਦਾ ਹੈ ਪੁਨ ਪੁਨਾ ਉਹੀ ਤਿੰਨਾਂ ਕਾਲਾਂ ਵਿੱਚ ਹੋਗ ਹੁੰਦਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ, ਪਸਰਿਓ ਆਪ ਅੰਤ ਅਨੇਕਾਂ ਤਰੰਗ ਲਹਿਰਾਂ ਰੂਪ ਹੋ ਕੇ, ਜਿਵੇਂ ਸਮੁੰਦਰ ਲਹਿਰਾਂ ਹੁੰਦੀਆਂ ਨੇ, ਆਪ ਹੀ ਪਸਰਿਓ ਫੈਲਿਆ ਹੋਇਆ ਹੈ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਉਸ ਪਾਰ ਬ੍ਰਹਮ ਪਰਮੇਸ਼ਰ ਦੇ ਰੰਗ ਕੌਤਕ ਭਾਈ ਲਖੇ ਨਹੀਂ ਜਾਂਦੇ, ਜਾਣੇ ਨਹੀਂ ਜਾਂਦੇ ਕਿਹੋ ਜਿਹੇ ਹਨ। ਜੈਸੀ ਮਤ ਦੇ ਤੈਸਾ ਪ੍ਰਗਾਸ, ਜਿਸ ਤਰ੍ਹਾਂ ਦੀ ਜੀਵਾਂ ਨੂੰ ਮਤ ਸਿੱਖਿਆ ਦੇ ਦਿੰਦਾ ਹੈ, ਉਹ ਇਹੋ ਜਿਹੇ ਬੁੱਧੀ ਦੇ ਅੰਦਰ ਪ੍ਰਕਾਸ਼ ਗਿਆਨ ਦਾ ਚਾਨਣਾ ਹੋ ਜਾਂਦਾ ਹੈ। ਪਾਰ ਬ੍ਰਹਮ ਕਰਤਾ ਅਬਨਾਸ, ਪਾਪਾਂ ਪੁੰਨਾਂ ਤੋਂ ਪਰੇ ਜਿਹੜਾ ਪਾਰ ਹੈ, ਪਰੇ ਹੈ, ਬ੍ਰਹਮ ਵਿਆਪਕ ਵਾਹਿਗੁਰੂ, ਉਹ ਕਰਤਾ ਪੁਰਖ ਜਿਹੜਾ ਨਾ ਉਹ ਸੁਤੰਤਰ ਅਬਨਾਸੀ, ਨਾਸ ਤੋਂ ਰਹਿਤ ਹੈ, ਸ੍ਰਿਸ਼ਟੀ ਦੇ ਰਚਨ ਵਾਲਾ ਹੈ, ਨਾਸ ਤੋਂ ਰਹਿਤ ਹੈ। ਸਦਾ 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 ਦਇਆਲ, ਉਹ ਵਾਹਿਗੁਰੂ ਪਿਛੇ ਭੂਤ ਕਾਲ ਵਿੱਚ ਸਦਾ ਹਮੇਸ਼ਾ ਦਿਆਲੂ ਸੀ, ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਦਿਆਲੂ ਹੈ, ਅੱਗੇ ਨੂੰ ਸਦਾ ਹਮੇਸ਼ਾ ਹੀ ਦਿਆਲੂ ਹੋਵੇਗਾ। ਸਿਮਰ ਸਿਮਰ ਨਾਨਕ ਭਏ ਨਿਹਾਲ, ਸਤਿਗੁਰੂ ਜੀ ਕਥਨ ਕਰਦੇ ਨੇ, ਜਿਨ੍ਹਾਂ ਨੇ ਐਸੇ ਵਾਹਿਗੁਰੂ ਨੂੰ ਜਾਂ ਵਾਹਿਗੁਰੂ ਦਾ ਮਨ ਬਾਣੀ ਸਰੀਰ ਕਰਕੇ ਸਿਮਰ ਸਿਮਰਿਆ, ਉਹ ਨਿਹਾਲ ਪ੍ਰਸੰਨ ਹੋ ਜਾਂਦੇ ਹਨ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਇਹ 9ਵੀਂ ਅਸ਼ਟਪਦੀ ਦੇ ਅੰਦਰ ਸਿਧਾਂਤ ਰੱਖਿਆ, ਤੇ ਇਹਦੇ ਵਿੱਚ ਪੰਡਤ ਦੱਸਿਆ ਕੌਣ ਹੋ ਸਕਦਾ ਹੈ, ਵੈਸ਼ਨੂੰ ਦੱਸਿਆ, ਰਾਸ ਧਾਰੀਆ, ਰਾਮਦਾਸੀਆ, ਜੀਵਨ ਮੁਕਤੀ ਆਦਿ ਇਹ ਸਿਧਾਂਤ ਕਥਨ ਕਰਕੇ ਸਮਾਪਤੀ ਕੀਤੀ ਹੈ। 9ਵੀਂ ਅਸ਼ਟਪਦੀ ਇੱਥੇ ਸਮਾਪਤੀ ਹੁੰਦੀ ਹੈ, ਜਿਹਦੇ ਪੂਰੇ ਅੱਖਰ 1041 ਹਨ। ਪੈਰਾਂ ਵਾਲੇ ਰਾਰੇ ਨੇ ਜਿਹੜੇ 18, ਕੁੱਲ ਅੱਖਰ 1059 ਅੱਖਰ ਸਾਧ ਸੁੰਜੀ ਹਨ। ਇਹਨਾਂ ਦੇ ਵਿੱਚ ਅਸ਼ਟਪਦੀ ਦੇ ਵਿੱਚ ਉਪਦੇਸ਼ ਕਥਨ ਕੀਤਾ ਹੈ। ਆਓ ਹੁਣ ਸਮਾਂ ਸਮਾਪਤੀ ਦਾ ਹੋ ਗਿਆ, ਅਸ਼ਟਪਦੀ ਪੂਰੀ ਹੋਈ ਹੈ। ਇੱਕ ਇੱਕ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ। ਗੁਰੂ ਕਿਰਪਾ ਕਰੇ ਸਭ ਦੀ ਹਾਜ਼ਰੀ ਸਤਿਗੁਰੂ ਦਰਗਾਹੇ ਕਬੂਲ ਕਰਨ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਹਾਂਜੀ। ਸਦਾ 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 ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।